निस सहज सुभाए दर्शन परसै गुरु कै जन्म मरण दुख जाए। वाहिगुरु साहिब जीओ। राग गौड़ी पूर्वी महला पंजवा। करो बेनंती सुनहो मेरे मीता। संत टहल की बेला इहा खाट चलहो हर लाहा। आगे बसन सुहेला करो बेनंती सुनहो मेरे मीता। संत टहल की बेला इहाँ खाट चलहो हर लाहा। आगे बसन सुहेला औद कटै दिन सरैणा रे। मन गुर मिल काज सवारे रहाओ। एहो संसार विकार संसे मह तरियो ब्रह्म ज्ञानी। जिस है जगाए पियावै एहो रस अकथ कथा तिन जानी। जाको आए सोई बेहज हो हर गुर ते मन है बसेरा। निज घर महल पावो सुख सहजे बहुर न होए गो फेरा। अंतर जामी पुरख विधाते श्रद्धा मन की पूरे। नानक दास यह सुख मांगै मोह कौ कर संतन की धूरे। अंतर जामी पुरख विधाते श्रद्धा मन की पूरे। नानक दास यह सुख मांगै मोह कौ कर संतन की धूरे। वाहिगुरु जी का खालसा वाहिगुरु जी की फतेह। पतित पावन भगत वशल करुणा निदान हलत पलत दे रक्षक रखवाले गुरु नानक महाराज जी के 11वें स्वरूप सतगुरु श्री गुरु ग्रंथ साहिब महाराज जी के पावन पवित्र चरनां विच सुभाएमान गुरु प्यार विच प्रोती हुई गुरु रंग विच रंगी हुई बहुत ही मान सम्मान सत्कारयोग गुरु प्यारी साध संगत जी। आप जी वडभागे हों जो गुरु चरनां विच बैठ के गुरु दरबार दियाँ हाजरियाँ लवा रहे हों। इस वक्त सतगुरां दी पावन बाणी दी शब्द विचार कथा सरवण करन दा लाहा प्राप्त कर रहे हो। सतगुरां दी पावन बाणी दा उपदेश भी है कथा दे लई कर हर कर्म श्रवण हर कथा। श्रवण कहंदे आ कन्नां नूं सुणन नूं, कन्नां नाल सुणिया जांदा जिहड़ा। श्रवण हर कथा हर दरगह नानक उज्जल मत्था। कथा मां है। कथा दे विचों सुणन दे नाल निरोल अगर गुरु के शब्द ही विचार होए ਉਹਦੇ 'ਚ कोई निंदा चुगली ना होए ज़्यादा तो फिर अंदरों शुभ गुण पैदा होंदे हन।
ਜੀਵ ਹੈ ਜਿਹੜਾ ਉਹ ਸਾਧ ਸੰਗਤ ਜੀ ਅਧਿਕਾਰੀ ਬਣ ਜਾਂਦਾ ਹੈ। ਜੀਵ ਦੇ ਅੰਦਰੋਂ 5 ਜਿਹੜੇ ਰੋਗ ਹਨ ਉਹ ਕੱਟੇ ਜਾਂਦੇ ਹਨ। ਅਵਿਦਿਆ, ਅਸਮਤਾ, ਅਵਨਿਵੇਸ਼, ਰਾਗ, ਦੁਐਸ਼ ਇਤਿਆਦਿਕ ਇਹ ਭੈੜੇ ਔਗਣ ਕੱਟੇ ਜਾਂਦੇ ਹਨ। ਅਤੇ ਫਿਰ ਜੀਵ ਦੇ ਅੰਦਰ ਵੈਰਾਗ, ਵਿਵੇਕ, ਛਟ ਸੰਪੱਤੀ, ਮੋਕਸ਼ ਇੱਛਾ ਇਤਿਆਦਿਕ ਪੈਦਾ ਹੋ ਜਾਂਦੇ ਹਨ। ਅਤੇ ਜਿਸ ਦੀ ਬਰਕਤ ਦੇ ਨਾਲ ਜੀਵ ਬਾਹਰ ਤੋਂ ਅੰਤਰਮੁਖੀ ਹੋ ਜਾਂਦਾ ਹੈ, ਆਪਣੇ ਆਪੇ ਦੀ ਭਾਲ ਦੇ ਲਈ ਚੱਲ ਪੈਂਦਾ ਹੈ ਔਰ ਮਾਰਗ 'ਤੇ ਚੱਲ ਪੈਂਦਾ ਹੈ। ਐਸੀ ਗੁਰੂ ਕੀ ਬਾਣੀ ਦੀ ਕਥਾ ਹੈ। ਸਾਡੇ ਉੱਤੇ ਬੜਾ ਹੀ ਤਰਸ ਗੁਰੂ ਜੀ ਨੇ ਕੀਤਾ ਹੈ। ਗੁਰਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਕਥਾ ਚੱਲ ਰਹੀ। ਨਿਤਨੇਮ ਦੀਆਂ ਬਾਣੀਆਂ ਵਿੱਚੋਂ ਸੋਹਿਲਾ ਸਾਹਿਬ ਦੀ ਬਾਣੀ, ਜੋ ਗੁਰਸਿੱਖ ਦੇ ਜੀਵਨ ਦੀਆਂ 5 ਬਾਣੀਆਂ ਅੰਮ੍ਰਿਤ ਵੇਲੇ ਦੀਆਂ, ਸ਼ਾਮਾਂ ਦੀ ਬਾਣੀ ਰਹਿਰਾਸ ਸਾਹਿਬ ਸੰਧਿਆ ਦੇ ਵੇਲੇ, ਰਾਤ ਨੂੰ ਜਿਸ ਵੇਲੇ ਵਿਰਾਜ ਜਾਣਾ, ਸੌਂ ਜਾਣਾ, ਸੌਣ ਤੋਂ ਪਹਿਲਾਂ ਬਸ ਸਿਰਹਾਣੇ ਵੱਲ ਮੂੰਹ ਕਰ ਲੈਣਾ, ਪੈਰਾਂ ਵਾਲੇ ਪਾਸੇ ਨਹੀਂ। ਚੌਂਕੜਾ ਮਾਰ ਲਓ ਅਗਰ ਸਮਰੱਥਾ ਹੈ ਸਰੀਰ ਦੀ, ਅਤੇ ਹੱਥ ਜੋੜ ਕੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਫਿਰ ਪਾਵਨ ਬਾਣੀ ਜੈ ਕਰ ਕੀਰਤੇ ਆਖੀ ਹੈ ਕਰਤੇ ਕਾ ਹੋਏ ਵਿਚਾਰੋ ਵਾਲੀ ਜਿਹੜੀ ਹੈ, ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਥੋਂ ਸ਼ੁਰੂ ਹੁੰਦੀ ਹੈ। ਇਹ ਬਾਣੀ ਨਾਲ ਰੱਖਿਆ ਦੇ ਸ਼ਬਦ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਾਵ ਲੱਜਾਏ ਕਰ ਪਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੈ ਮਨ ਨਿਰਮਲ, ਪੂਰਨ ਪੁਰਖ ਵਿਦਾਤਾ। ਇਹ ਜਿਹੜੇ ਸਾਰੇ ਸ਼ਬਦ ਹਨ, ਉਹਨਾਂ ਸ਼ਬਦਾਂ ਨੂੰ ਪੜ੍ਹਦਿਆਂ ਫਿਰ ਸੋਹਿਲਾ ਸਾਹਿਬ ਪੜ੍ਹ ਕੇ ਫਿਰ ਅਰਦਾਸ ਕਰਕੇ, ਗੁਰਸਿੱਖ ਸੂਖਸ਼ਮ ਜੀ ਅਰਦਾਸ ਕਰ ਲਏ, ਬੈਠਿਆਂ ਬੈਠੇ ਹੀ ਕਰ ਲਏ। ਅਰਦਾਸ ਬੇਨਤੀ ਕਰਕੇ ਫਿਰ ਵਿਰਾਜ ਜਾਏ, ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰੇ। ਇਹ ਗੁਰਸਿੱਖ ਦੇ ਨੇਮ ਦੇ ਵਿੱਚ, ਨਿਤਨੇਮ ਦੇ ਹਿੱਸੇ ਵਿੱਚ ਹੈ ਸਾਧ ਸੰਗਤ। ਤਾਂ ਸੋਹਿਲਾ ਸਾਹਿਬ ਦੀ ਬਾਣੀ ਦਾ ਆਪਾਂ ਪਿਛਲੇ ਕਈ ਦਿਨਾਂ ਤੋਂ ਜੋ ਅੰਦਰਲਾ ਸ਼ਬਦ ਦਾ ਵਿਚਾਰ ਹੈ, ਸ਼ਬਦ ਦਾ ਸਿਧਾਂਤ ਹੈ, ਜਾਣਨ ਦਾ ਯਤਨ ਕੀਤਾ ਹੈ। 5 ਸ਼ਬਦ ਨੇ ਇਸ ਬਾਣੀ ਦੇ ਪੂਰੇ। 4 ਸ਼ਬਦ ਕੱਲ੍ਹ ਤੱਕ ਹੋ ਗਏ ਹਨ। ਕੱਲ੍ਹ ਅਸੀਂ ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ ਵਾਲਾ ਸ਼ਬਦ ਕੀਤਾ। ਅੱਜ 5ਵਾਂ ਔਰ ਆਖਰੀ ਸ਼ਬਦ ਇਸ ਬਾਣੀ ਦਾ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ 13 ਅੰਗ ਉੱਤੇ ਸੁਭਾਇਮਾਨ ਹੈ, ਉਸ ਸ਼ਬਦ ਨੂੰ ਸੁਣਦੇ ਹਾਂ, ਜਾਣਨ ਦਾ ਯਤਨ ਕਰੀਏ ਗੁਰੂ ਸਾਹਿਬ ਕੀ ਕਹਿੰਦੇ ਹਨ। ਇਕਾਗਰਤਾ ਸਹਿਤ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਗੌੜੀ ਪੂਰਬੀ ਮਹੱਲਾ 5ਵਾਂ। ਰਾਗ ਗੌੜੀ ਪੂਰਬੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਗਾਂ ਦੇ ਵਿੱਚ ਨਿਰਧਾਰਤ ਹੈ। ਭਾਵੇਂ ਕਿ ਕੁਝ ਇੱਕ ਬਾਣੀ ਐਸੀ ਵੀ ਹੈ ਜਿਹੜੀ ਰਾਗਾਂ ਤੋਂ ਰਹਿਤ ਹੈ, ਜਿਵੇਂ ਜਪਜੀ ਸਾਹਿਬ ਜੀ ਦੀ ਬਾਣੀ ਕਿਸੇ ਰਾਗ ਦੀ ਬੰਦਿਸ਼ ਵਿੱਚ ਨਹੀਂ ਹੈ। ਹੋਰ ਕਈ ਸਾਰੀਆਂ ਬਾਣੀਆਂ ਹਨ, ਬਾਬਾ ਫਰੀਦ ਜੀ ਦੇ ਸ਼ਲੋਕ, ਕਬੀਰ ਜੀ ਦੇ ਸ਼ਲੋਕ, ਉਹਨਾਂ ਦਾ ਕੋਈ ਰਾਗ ਦੀ ਬੰਦਿਸ਼ ਨਹੀਂ ਹੈ 12 ਤੋਂ ਵਧੇਕ ਬਾਣੀ ਦੇ ਵਿੱਚ। ਪਰ ਬਹੁਤ ਸਾਰੀ ਬਾਣੀ, ਜ਼ਿਆਦਾਤਰ ਬਾਣੀ ਰਾਗਾਂ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ
31 ਰਾਗਾਂ ਨੂੰ ਸਤਿਕਾਰ ਦਿੱਤਾ ਹੈ, ਉਹਨਾਂ ਨੂੰ ਥਾਂ ਦਿੱਤੀ ਹੈ। ਉਹਨਾਂ ਦੇ ਵਿੱਚੋਂ ਹੀ ਰਾਗ ਗੌੜੀ ਪੂਰਬੀ, ਇਹ ਰਾਗ ਗੌੜੀ ਹੈ ਔਰ ਪੂਰਬੀ ਇਸ ਦੀ ਕਿਸਮ ਹੈ, ਜਾਤੀ ਹੈ ਰਾਗਾਂ ਦੇ ਵਿੱਚੋਂ। ਜਿਹੜੇ ਰਾਗ ਨੂੰ ਜਾਣਦੇ ਹਨ, ਜਾਣਕਾਰ ਹਨ, ਵਿਦਵਾਨ ਹਨ, ਰਾਗ ਦੇ ਜਾਣਨ ਵਾਲੇ ਹਨ, ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਜ਼ਿਆਦਾ ਪਤਾ ਹੈ। ਪੂਰਬੀ ਜਾਤੀ ਦਾ ਅਗਰ ਗੌੜੀ ਗਾਉਣਾ ਹੋਵੇ, ਗੌੜੀ ਕਲਿਆਣ ਜਾਤੀ ਦਾ ਗਾਣਾ ਹੋਵੇ, ਜਾਂ ਗੌੜੀ ਕਿਸੇ ਹੋਰ ਜਾਤੀ ਦਾ ਗਾਣਾ ਹੋਵੇ, ਕਈ ਜਾਤੀਆਂ ਹਨ। ਇਸੇ ਤਰੀਕੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਮਹੱਲਾ ਤੋਂ ਪਤਾ ਲੱਗਦਾ ਹੈ ਕਿ ਕਿਸ ਸਰੂਪ, ਕਿਸ ਗੁਰੂ ਸਾਹਿਬ ਜੀ ਦੀ ਰਸਨਾ ਤੋਂ ਪਾਵਨ ਇਲਾਹੀ ਬਾਣੀ ਉਚਾਰਨ ਹੋਈ ਹੈ। ਅਤੇ ਮਹੱਲਾ ਪੰਜਵਾਂ ਤੋਂ ਭਾਵ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਸਾਡੇ ਲਈ, ਸਾਡੇ ਤੱਕ ਸੱਚ ਪਹੁੰਚ ਸਕੇ, ਸਮੁੱਚੀ ਮਾਨਵ ਜਾਤੀ ਦਾ ਭਲਾ ਹੋ ਸਕੇ, ਉਹਨਾਂ ਤੁਰਕੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ, ਸਮੁੱਚੀ ਬਾਣੀ ਨੂੰ ਇਕੱਤਰਿਤ ਕਰਕੇ ਕਿਸੇ ਤਰ੍ਹਾਂ ਦਾ ਵੀ ਰਲਾ ਇਹਦੇ ਵਿੱਚ ਨਾ ਪੈ ਜਾਏ, ਕੱਖਰ ਦਾ ਵਾਧ ਘਾਟ ਵੀ ਨਾ ਕੀਤਾ, ਅਤੇ ਆਪ ਤੱਤੀ ਤਵੀ ਦੇ ਉੱਤੇ ਬੈਠ ਕੇ ਸਰੀਰ ਨੂੰ ਅਨੇਕਾਂ ਕਸ਼ਟ ਸਹਾਰ ਕੇ ਸ਼ਹੀਦ ਹੋਏ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦੀ ਰਸਨਾ ਤੋਂ ਪਾਵਨ ਇਲਾਹੀ ਸ਼ਬਦ ਉਚਾਰਨ ਹੋਇਆ ਹੈ। ਸ਼ਬਦ ਦੀ ਆਰੰਭਤਾ ਕਰ ਰਹੇ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਕਰੋ ਬੇਨੰਤੀ, ਕਹਿੰਦੇ ਸੁਣੋ ਮੇਰੇ ਮੀਤਾ, ਹੈ ਮੇਰੇ ਮੀਤ ਜਨੋ, ਇਹ ਗੁਰਮੁਖੋ ਗੁਰਸਿੱਖੋ ਭਾਈਓ, ਸੁਣੋ। ਸੁਣਨ ਦੀ ਗੱਲ ਹੈ। ਮਹਾਰਾਜ ਸੱਚੇ ਪਾਤਸ਼ਾਹ ਕੀ ਕਰੋ ਬੇਨੰਤੀ, ਤੁਸੀਂ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਹੱਥ ਜੋੜ ਕੇ ਖੜ੍ਹ ਜਾਓ, ਉਹਦੇ ਅੱਗੇ ਬੇਨਤੀਆਂ ਕਰਿਆ ਕਰੋ, ਜੋਦੜੀਆਂ ਕਰਿਆ ਕਰੋ। ਸਿੱਖ ਜੋ ਮਾਰਗ ਹੈ ਸਾਡਾ, ਜੋ ਧਰਮ ਹੈ, ਗੁਰੂ ਨਾਨਕ ਮਹਾਰਾਜ ਜੀ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨਾਲ ਚਲਾਇਆ। ਇਹਦੇ ਵਿੱਚ ਸਿੱਖ ਦੇ ਕੋਲ ਸਭ ਤੋਂ ਵੱਡੀ ਚੀਜ਼ ਇੱਕੋ ਹੀ ਆ, ਉਹ ਅਰਦਾਸ ਬੇਨਤੀ। ਅਰਦਾਸ ਇੱਕ ਐਸੀ ਤਾਕਤ ਹੈ, ਐਸੀ ਗੁਰਸਿੱਖ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿ ਜਦੋਂ ਗੁਰਸਿੱਖ ਅਰਦਾਸ ਕਰਦਾ ਉਦੋਂ ਬਹੁਤ ਨੇੜੇ ਗੁਰੂ ਦੇ ਹੁੰਦਾ, ਆਤਮ ਸਮਰਪਣ ਹੁੰਦਾ। ਉਸ ਵੇਲੇ ਕੋਈ ਹਠ ਨਹੀਂ, ਕੋਈ ਧਰਨਾ ਨਹੀਂ, ਕੋਈ ਸੱਤਿਆਗ੍ਰਹਿ ਤੇ ਆਦਿਕ ਕੋਈ ਕਿਸ ਤਰ੍ਹਾਂ ਦਾ ਕੰਮ ਨਹੀਂ। ਪ੍ਰੇਮ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੁੰਦੀ ਹੈ। ਕਰੋ ਬੇਨੰਤੀ, ਬੇਨਤੀ ਕਰਿਆ ਕਰੋ ਗੁਰਮੁਖੋ ਗੁਰੂ ਅੱਗੇ। ਸੁਣੋ ਮੇਰੇ ਮੀਤਾ, ਐ ਮੇਰੇ ਮਿੱਤਰੋ, ਐ ਗੁਰਸਿੱਖੋ, ਤੁਸੀਂ ਸੁਣੋ ਬੇਨਤੀ। ਤੇ ਉਹ ਵਾਹਿਗੁਰੂ ਵੀ ਸੁਣਦਾ ਹੈ, ਉਹ ਕੋਈ ਬੋਲਾ ਨਹੀਂ। ਇਹ ਨਹੀਂ ਕਿ ਉਹਦੇ ਤੱਕ ਗੱਲ ਪਹੁੰਚਦੀ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਨੇ ਤਾਂ ਆਪ ਅਕਾਲ ਪੁਰਖ ਵਾਹਿਗੁਰੂ ਨੂੰ ਜਦੋਂ ਬੇਨਤੀ ਕੀਤੀ ਅਤੇ ਉਹਨੇ ਆਖਿਆ, ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਵਾਹਿਗੁਰੂ ਮੇਰੀ ਗੱਲ ਸੁਣ ਕੰਨ ਕਰਕੇ। ਬਾਣੀ ਚਾਹੁੰਦਾ, ਯਖ ਅਰਜ ਗੁਫਤਮ ਪੇਸ਼ ਤੋਂ ਦਾਰਗੋਸ਼ ਕੁਨ ਕਰਤਾਰ। ਯਖ ਅਰਜ ਗੁਫਤਮ ਪੇਸ਼ ਤੋਂ, ਤੇਰੇ ਪੇਸ਼, ਤੇਰੇ ਸਾਹਮਣੇ। ਯਕ ਅਰਜ, ਇੱਕ ਅਰਜ, ਗੁਫਤਮ ਜਣੀ ਕਹਿੰਦਾ ਹੈ ਮੈਂ। ਦਰਗੋਸ਼ ਕੁਨ ਕਰਤਾਰ, ਗੋਸ਼ ਫਾਰਸੀ 'ਚ ਕੰਨ ਨੂੰ ਕਹਿ ਦਿੰਦੇ। ਕਹਿੰਦੇ ਕੰਨ ਵਿੱਚ, ਕੰਨ ਕਰਕੇ, ਕੰਨ ਵਿੱਚ ਮੇਰੀ ਗੱਲ ਨੂੰ ਸੁਣ। ਬੇਨਤੀ ਕੀ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ। ਇਹੀ ਹੈ ਕਿ ਤੂੰ ਸੱਚ ਹੈ, ਤੂੰ ਹੱਕ ਹੈ, ਤੂੰ ਵੱਡਾ ਹੈ, ਤੂੰ ਕਰਮ ਕਰਨ ਵਾਲਾ ਹੈ, ਬਖਸ਼ਿਸ਼ ਕਰਨ ਵਾਲਾ ਹੈ। ਇਹ ਵਾਹਿਗੁਰੂ, ਅਸੀਂ ਐਬਾਂ ਦੇ ਭਰੇ ਹਾਂ, ਸਾਡੇ ਐਬ, ਸਾਡੇ ਗੁਨਾਹ ਨਾ ਚਿਤਾਰੀ। ਤੂੰ ਬੇਐਬ ਪਰਵਦਗਾਰ ਹੈ, ਸਭ ਦੀ
ਰੱਖਿਆ ਕਰਨ ਵਾਲਾ ਹੈ। ਤੇ ਹੇ ਵਾਹਿਗੁਰੂ, ਤੂੰ ਪਾਕ, ਤੂੰ ਪਵਿੱਤਰ, ਅਸੀਂ ਮਲੀਨ, ਪਰ ਤੂੰ ਜੇ ਰਹਿਮਤ ਕਰੇ, ਮਲੀਨ ਅਪਵਿੱਤਰ ਡਿੱਗਿਆ ਹੋਇਆਂ ਨੂੰ ਚੁੱਕ ਕੇ ਵੀ ਗਲ ਲਾ ਸਕਦਾ ਹੈ। ਇਉਂ ਮਹਾਰਾਜ ਕਹਿੰਦੇ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਅਕਾਲ ਪੁਰਖ ਵਾਹਿਗੁਰੂ ਅੱਗੇ ਬੇਨਤੀ ਕਰਿਆ ਕਰੋ, ਐ ਗੁਰਮੁਖ ਪਿਆਰਿਓ ਸੁਣੋ। ਸੰਤ ਟਹਿਲ ਕੀ ਵੇਲਾ, ਨਾਲੇ ਵੀ ਸਮਝਾ ਰਹੇ ਹਨ ਮਹਾਰਾਜ ਸੱਚੇ ਪਾਤਸ਼ਾਹ। ਸੰਤ ਟਹਿਲ ਕੀ ਵੇਲਾ, ਕੀ ਵੇਲਾ? ਇਸ ਵਕਤ ਕਾਹਦਾ ਵੇਲਾ ਹੈ, ਕਾਹਦਾ ਟਾਈਮ ਹੈ, ਕਾਹਦਾ ਸਮਾਂ? ਮਹਾਰਾਜ ਕਹਿੰਦੇ ਸੰਤ ਟਹਿਲ ਕੀ ਵੇਲਾ। ਮਹਾਰਾਜ ਕਹਿੰਦੇ ਇਹ ਜਿਹੜਾ ਸਮਾਂ ਹੈ ਨਾ, ਵਕਤ ਹੈ ਜਿਹੜਾ, ਆਹੀ ਸਮਾਂ ਐਵੇਂ ਸੁੱਤਿਆਂ ਸੁੱਤਿਆਂ ਹਾਸੇ ਖੇਡਾਂ 'ਚ, ਰੰਗ ਤਮਾਸ਼ਿਆਂ 'ਚ, ਰੌਲੇ ਰੱਪਿਆਂ 'ਚ, ਝਗੜੇ ਝੇੜਿਆਂ ਵਿੱਚ ਐਵੇਂ ਨਾ ਬਿਤਾ ਦਈਏ ਬਸ। ਇਹ ਜਿਹੜਾ ਸਮਾਂ ਹੈ ਸੰਤਾਂ ਦੀ ਟਹਿਲ, ਟਹਿਲ ਸੇਵਾ ਦੀ ਗੱਲ ਹੈ। ਮਹਾਰਾਜ ਕਹਿੰਦੇ ਸੇਵਾ ਦਾ ਵੇਲਾ ਹੈ, ਵਕਤ ਹੈ ਜਿਹੜਾ, ਉਹਨਾਂ ਦੀ ਸੰਗਤ ਕਰੀਏ, ਉਹਨਾਂ ਦੀ ਸੇਵਾ ਕਰੀਏ, ਗੁਰਮੁਖਾਂ ਦੀ, ਗੁਰਸਿੱਖਾਂ ਦੀ, ਸੰਤ ਜਨਾਂ ਦੀ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਿਉਂ? ਜੋ ਮਰਜ਼ੀ ਹੋ ਜਾਏ, ਸੰਤ ਦਾ ਸਰੀਰ ਰਹੇ ਭਾਵੇਂ ਨਾ ਰਹੇ, ਪਰ ਜਿਹੜਾ ਸੱਚਾ ਸੰਤ ਹੈ ਉਹਦੇ ਕਹੇ ਹੋਏ ਬਚਨ, ਉਹਦਾ ਨਿਸ਼ਚਾ ਕਦੇ ਡੋਲਦਾ ਨਹੀਂ। ਮਹਾਰਾਜ ਬਾਣੀ 'ਚ ਕਹਿੰਦੇ ਆ, ਕਹਿੰਦੇ ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾ ਉਹਾ ਸੱਚ ਹੋਵੇ। ਇਸ ਕਰਕੇ ਸੰਤ ਟਹਿਲ ਕੀ ਵੇਲਾ, ਵੇਲਾ ਵੇਲਾ ਜਾਣੀ ਵਕਤ, ਸਮਾਂ, ਟਾਈਮ ਗੁਰਮੁਖਾਂ ਦੀ ਟਹਿਲ ਦਾ ਹੈ, ਸੇਵਾ ਦਾ ਹੈ। ਤੇ ਸੰਤ ਦਸੇ ਗੁਰੂ ਸਾਹਿਬਾਨ, ਉਹਨਾਂ ਤੇ ਵੱਧ ਕੇ ਹੋਰ ਕੌਣ ਹੋ ਸਕਦਾ? ਸੰਤ ਜਿਹੜੇ ਗੁਰਸਿੱਖ ਹਨ ਉਹ ਗੁਰਾਂ ਦੀ ਸੇਵਾ 'ਚ ਲੱਗੇ ਹੋਏ ਆ। ਜਿਹੜੇ ਸਿੱਧੇ ਗੁਰੂ ਸਾਹਿਬ ਮਹਾਰਾਜ ਨਾਲ ਸੰਬੰਧਿਤ ਹੁੰਦੇ ਸਨ, ਉਹਨਾਂ ਨੂੰ ਖਾਲਸਾ ਕਿਹਾ ਜਾਂਦਾ ਸੀ। ਮੈਂ ਇਹ ਜਿਹੜਾ ਪ੍ਰਮਾਣ ਦੇ ਰਿਹਾ ਸ਼੍ਰੀ ਗੁਰੂ ਸੋਭਾ ਗ੍ਰੰਥ ਦਾ ਹੈ। ਇਹ ਸ਼੍ਰੀ ਗੁਰੂ ਸੋਭਾ ਗ੍ਰੰਥ ਉਹ ਗ੍ਰੰਥ ਹੈ ਜੋ ਸਾਡੇ ਸਿੱਖ ਸਾਹਿਤ ਇਤਿਹਾਸ ਦੇ ਗ੍ਰੰਥਾਂ ਦੇ ਵਿੱਚੋਂ ਸਭ ਤੋਂ ਪੁਰਾਤਨ ਗ੍ਰੰਥ ਮੰਨਿਆ ਜਾਂਦਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ 52 ਕਵੀਆਂ ਦੇ ਵਿੱਚੋਂ ਇੱਕ ਕਵੀ ਸਨ, ਕਵੀ ਸੈਨਾਪਤ ਉਹਨਾਂ ਦਾ ਨਾਂ ਸੀ। ਉਹਨਾਂ ਦੇ 3 ਗ੍ਰੰਥ, ਇੱਕ ਚਾਣਕਿਆ ਨੀਤੀ, ਇੱਕ ਵੈਦਰਾਜ ਨਾਲ ਸੰਬੰਧਿਤ ਸੀ, ਤੇ ਇੱਕ ਤੀਸਰਾ ਸ਼੍ਰੀ ਗੁਰੂ ਸੋਭਾ ਗ੍ਰੰਥ ਸੀ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਦਾ ਹੀ ਹੈ, ਕਿਉਂਕਿ ਉਹਨਾਂ ਦੇ ਨਾਲ ਮਹਾਰਾਜ ਜੀ ਦੇ ਰਿਹਾ ਉਹ ਗੁਰਮੁਖ ਪਿਆਰਾ। ਅਤੇ ਉਹਦੇ ਵਿੱਚ ਗੁਰੂ ਸਾਹਿਬ ਜੀ ਦੇ ਸੱਚਖੰਡ ਪਿਆਨੇ ਦੇ ਬੜੇ, ਔਰ ਗੁਰੂ ਸਾਹਿਬ ਜੀ ਦੇ ਜੀਵਨ ਦੇ ਬੜੇ ਕਮਾਲ ਦੇ ਕੌਤਕ ਹਨ। ਬਹੁਤ ਕਮਾਲ ਦੀਆਂ ਵਿਚਾਰਾਂ, ਕਥਾਵਾਂ ਉਹਦੇ ਵਿੱਚ ਹਨ, ਜੋ ਹੋਰ ਕਿਤੇ ਮਿਲਦੀਆਂ ਵੀ ਨਹੀਂ। ਉਹਦੇ ਵਿੱਚ ਉਹਨਾਂ ਬੜੀ ਇਹ ਗੱਲ ਸਪਸ਼ਟ ਕਰਕੇ ਲਿਖੀ ਵੀ ਖਾਲਸਾ ਉਹਨੂੰ ਕਿਹਾ ਜਾਂਦਾ ਸੀ ਜਿਹੜਾ ਗੁਰੂ ਮਹਾਰਾਜ ਜੀ ਦੇ ਨਾਲ ਸਿੱਧਾ ਅਟੈਚ ਸੰਬੰਧਿਤ ਹੁੰਦਾ ਸੀ, ਅਤੇ ਜਿਹੜਾ ਗੁਰੂ ਜੀ ਦੇ ਨਾਲ ਨਹੀਂ, ਸਿੱਧਾ ਨਹੀਂ ਸੀ ਹੁੰਦਾ। ਗੁਰੂ ਘਰ ਦੇ ਪ੍ਰੇਮੀ ਸੰਤ, ਗੁਰਮੁਖ, ਗੁਰਸਿੱਖ ਹੁੰਦੇ ਸਨ, ਜਿਨ੍ਹਾਂ ਨੂੰ ਉਸ ਸਮੇਂ ਮਸੰਦ ਕਿਹਾ ਜਾਂਦਾ ਸੀ। ਹੁਣ ਤਾਂ ਇਹ ਸ਼ਬਦ ਹੈ ਜਿਹੜਾ ਮਸੰਦ, ਇਉਂ ਜੇ ਕਿਸੇ ਨੂੰ ਕਹਿ ਦਈਏ ਤਾਂ ਇਉਂ ਲੱਗਦਾ ਜਿਵੇਂ ਮੈਨੂੰ ਕਿਸੇ ਨੇ ਮੰਦਾ ਹੀ ਬੋਲ ਦਿੱਤਾ, ਗਾਲੀ ਦੇ ਦਿੱਤੀ ਹੋਵੇ। ਅੱਜ ਗਾਲੀ ਬਣ ਗਿਆ ਹੈ, ਗਾਲ ਬਣ ਗਿਆ ਮਸੰਦ। ਉਂਝ ਇਹਦੇ ਸ਼ਬਦ ਦੇ ਅਗਰ ਕੋਸ਼ਗਤ ਅਰਥ ਵੇਖੇ ਜਾਣ ਤੇ ਮਸਨਦ ਭਾਸ਼ਾ ਤੋਂ ਬਣਿਆ ਹੋਇਆ, ਜਿਹਦਾ ਮਤਲਬ ਗੱਦੀ ਨਸ਼ੀਨ, ਜਿਹਨੂੰ ਬਖਸ਼ਿਸ਼ ਹੋਈ ਹੋਵੇ। ਕੋਈ ਜਿਹੜੇ ਆਗੂ ਅਹੁਦੇਦਾਰਾਂ ਦੇ ਰਾਹੀਂ ਗੁਰੂ ਮਹਾਰਾਜ ਜੀ ਨਾਲ ਜੁੜਦੇ ਸਨ, ਉਹਨਾਂ ਨੂੰ ਸਹਿਲੰਗ ਕਿਹਾ ਜਾਂਦਾ ਸੀ। ਸਹਿਲੰਗ ਜਿਹੜੇ ਸਿੱਧੇ ਹੀ ਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਹੁੰਦੇ ਸਨ, ਸਿੱਧੇ ਹੀ ਉਹ ਖਾਲਸਾ ਹੁੰਦੇ ਸਨ। 1699 ਦੀ ਵਿਸਾਖੀ ਤੱਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭ ਮਸੰਦ ਸਿਸਟਮ ਬੰਦ ਕਰਕੇ ਸਿੱਧਾ ਹੀ ਅੰਮ੍ਰਿਤ ਛਕਾ ਕੇ
ਜਿਹੜੀ ਸੰਗਤ ਕੋਈ ਕਿਸੇ ਤਰੀਕੇ ਦੀ ਸੀ, ਕੋਈ ਕਿਸੇ ਗੁਰੂ ਪਰਿਵਾਰ ਨਾਲ ਜੁੜੀ ਹੋਈ ਸੀ, ਕੋਈ ਕਿਸੇ ਮਸੰਦ ਦੇ ਨਾਲ ਜੁੜੀ ਹੋਈ ਸੀ, ਕੋਈ ਕਿਸੇ ਗੁਰਮੁਖ ਪਿਆਰੇ ਦੀ ਸੰਗਤ ਹੁੰਦੀ, ਉਹ ਸਾਰੀਆਂ ਸੰਗਤਾਂ ਨੂੰ ਮਿਲਾ ਕੇ ਗੁਰੂ ਜੀ ਨੇ ਆਖਿਆ ਵੱਖੋ ਵੱਖਰੇ ਨਾਮ ਜੇ ਨਾ ਰੱਖੋ ਵੀ ਫਲਾਣੀ ਇਹ ਸੰਸਥਾ ਦੇ ਬੰਦੇ ਆ, ਫਲਾਣੀ ਸੰਪਰਦਾ ਦੇ ਬੰਦੇ ਆ, ਉਹਦੇ ਆ, ਵੱਖੋ ਵੱਖਰੇ ਨਾਮ ਜੇ ਨਹੀਂ, ਸਾਰੀ ਨੂੰ ਇਕੱਠੀ ਕਰ ਲਓ, ਹੁਣ ਤੋਂ ਖਾਲਸਾ ਬਣ ਗਈ ਹੈ। ਇਹ ਵੀ ਗਵਾਹੀ ਭਾਈ ਸਾਹਿਬ ਭਾਈ ਗੁਰਦਾਸ ਸਿੰਘ ਨੇ ਦਿੱਤੀ ਹੈ। ਉਹ ਵੀ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ ਦੇ ਵਿੱਚੋਂ ਇੱਕ ਕਵੀ ਸਨ ਭਾਈ ਗੁਰਦਾਸ ਸਿੰਘ, ਜਿਨ੍ਹਾਂ ਦੀ ਰਚਨਾ ਨੂੰ ਪੰਥ ਨੇ, ਕੌਮ ਨੇ ਇੰਨਾ ਮਾਣ ਦਿੱਤਾ ਕਿ ਇੱਕ ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੋਏ ਹਨ, ਇੱਕ ਭਾਈ ਗੁਰਦਾਸ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਵੀਆਂ 'ਚ ਹੋਏ। ਭਾਈ ਗੁਰਦਾਸ ਜੀ ਦੀ ਬਾਣੀ ਦੇ ਵਿੱਚੋਂ 40 ਵਾਰਾਂ ਉਹਨਾਂ ਦੀਆਂ ਮਿਲਦੀਆਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਛਾਪੀਆਂ ਜਾਂਦੀਆਂ। ਬੜਾ ਗਿਆਨ ਉਹਨਾਂ ਦੇ ਵਿੱਚ ਹੈ। 40 ਵਾਰਾਂ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕੁੰਜੀ ਆਖਿਆ, ਕਿ ਬਾਣੀ ਦੇ ਅਰਥਾਂ ਨੂੰ ਸਪਸ਼ਟ ਕਰਦੀਆਂ, ਇਹਦਾ ਇਹੀ ਭਾਵ ਹੈ। ਅਤੇ ਜਿੱਥੇ ਐਡੇ ਵੱਡੇ ਮਹਾਂਪੁਰਸ਼ ਦੀ ਬਾਣੀ ਰੱਖੀ ਗਈ ਭਾਈ ਗੁਰਦਾਸ ਦੀ, ਪੰਥ ਨੇ, ਕੌਮ ਨੇ 40 ਵਾਰਾਂ ਦੇ ਨਾਲ ਇੱਕ ਵਾਰ ਭਾਈ ਗੁਰਦਾਸ ਸਿੰਘ ਦੀ ਵੀ ਵਿੱਚੇ ਐਡ ਕਰ ਦਿੱਤੀ। ਹੁਣ ਜਦੋਂ ਤੁਸੀਂ ਭਾਈ ਗੁਰਦਾਸ ਦੀਆਂ ਵਾਰਾਂ ਲਓਗੇ ਅਤੇ 41 ਵਾਰਾਂ ਦੀ ਪੋਥੀ ਮਿਲਦੀ ਹੈ, 40 ਭਾਈ ਗੁਰਦਾਸ ਸਾਹਿਬ ਜੀ ਦੀਆਂ, 41ਵੀਂ ਪੂਰੀ ਦੀ ਪੂਰੀ ਭਾਈ ਗੁਰਦਾਸ ਸਿੰਘ ਜੀ ਦੀ ਹੈ, ਜਿਹਦੇ ਵਿੱਚ ਉਹ ਲਿਖਦੇ ਆ, ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਜਿਹਦੇ ਵਿੱਚ ਉਹ ਦੱਸਦੇ ਆ ਵੀ ਗੁਰੂ ਜੀ ਨੇ ਜਿੰਨੀ ਵੀ ਸੰਗਤ ਸੀ ਨਾ, ਉਹਨੂੰ ਬਸ ਇੱਕੋ ਹੀ ਸ਼ਬਦ ਦੇ ਦਿੱਤਾ, ਖਾਲਸਾ, ਵੀ ਖਾਲਸੇ ਹੋ ਗਏ ਤੁਸੀਂ, ਔਰ ਕਹਿ ਦਿੱਤਾ ਪੀਵੋ ਪਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ। ਜਿਹੜਾ ਵੀ ਹੈ, ਜਿੱਥੇ ਵੀ ਜੁੜਿਆ, ਭਾਵੇਂ ਸਹਿਲੰਗੀ ਹੈ, ਭਾਵੇਂ ਉਹ ਸਹਿਜਧਾਰੀ ਹੈ, ਭਾਵੇਂ ਕਿਸੇ ਤਰੀਕੇ ਦਾ ਅੰਮ੍ਰਿਤ ਛਕ ਕੇ ਸਿੰਘ ਸੱਜ ਜਾਏ, ਅਤੇ ਮਰਜ ਕਹਿੰਦੇ ਜਨਮ ਸਫਲਾ ਹੋਏਗਾ। ਕਿਉਂ ਗੁਰੂ ਪਾਤਸ਼ਾਹ ਜੀ ਦੇ ਸਮੇਂ ਤੱਕ ਵੀ ਜਿਹੜੇ ਗੁਰਸਿੱਖ ਸੰਤ ਸਨ, ਉਹਨਾਂ ਦਾ ਵੀ ਬੜਾ ਅਦਬ ਸਤਿਕਾਰ ਰਿਹਾ ਹੀ ਹੈ। ਉਹ ਉਹਨਾਂ ਦੇ ਸੰਗੀ ਸਹਿਲੰਗ ਕਹਾਉਂਦੇ ਸਨ। ਤਾਂ ਮਹਾਰਾਜ ਜੀ ਕਹਿੰਦੇ ਨੇ, ਭਾਈ ਗੁਰਮੁਖੋ ਸੰਤ ਟਹਿਲ ਕੀ ਵੇਲਾ। ਕੀ ਵੇਲਾ, ਕਾਹਦਾ ਵੇਲਾ, ਕੀ ਵੇਲਾ। ਇੱਕ ਮਹਾਂਪੁਰਸ਼ਾਂ ਨੇ ਅਨੁਭਵੀ ਅਰਥ ਵੀ ਕੀਤੇ, ਮੈਂ ਸੁਣੇ। ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ ਮੁਖੀ ਹੋਏ। ਉਹਨਾਂ ਆਖਿਆ, ਕਹਿੰਦੇ ਕੀ ਵੇਲਾ, ਵੇਲਾ ਤੁਰਿਆ ਫਿਰਦਾ ਇੱਧਰ ਉੱਧਰ, ਸਮਾਂ ਲੰਘਾਈ ਜਾਂਦਾ। ਫਿਰ ਕੀ ਵੇਲਾ, ਕਾਹਦਾ ਵੇਲਾ, ਤੈਨੂੰ ਪਤਾ ਹੈ? ਸੰਤ ਟਹਿਲ ਕੀ ਵੇਲਾ, ਸੰਤਾਂ ਦੀ ਟਹਿਲ ਦਾ ਵੇਲਾ ਵਕਤ ਹੈ, ਅਸਲ ਸਮਾਂ ਹੈ। ਗੁਰੂ ਕਲਗੀਧਰ ਮਹਾਰਾਜ ਜੀ ਦੇ ਅਤੀ ਸਤਿਕਾਰਯੋਗ ਮਾਤਾ ਗੁਜਰੀ ਜੀ ਸਾਡੇ ਸਾਰਿਆਂ ਦੇ ਮਾਂ ਹਨ। ਸਾਡੀ ਦਾਦੀ ਮਾਂ ਹੈ, ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਹਨ। ਅਤੇ ਸਾਧ ਸੰਗਤ ਦੇਖੋ, ਮਾਤਾ ਗੁਜਰੀ ਜੀ ਜਿਨ੍ਹਾਂ ਦੀ ਕਮਾਈ ਅੱਗੇ, ਜਿਨ੍ਹਾਂ ਦਾ ਨਾਮ ਲਿਆ, ਰਸਨਾ ਪਵਿੱਤਰ ਹੋ ਜਾਂਦੀ, ਸਿਰ ਝੁਕ ਜਾਂਦਾ ਹੈ। ਕਿੱਡਾ ਵੱਡਾ ਉਹਨਾਂ ਦਾ ਜੇਰਾ ਜਿਗਰਾ। ਉਹਨਾਂ ਨੇ ਵੀ ਇੱਕ ਵਾਰ ਗੁਰੂ ਕਲਗੀਧਰ ਮਹਾਰਾਜ ਨੂੰ ਆਖਿਆ ਕਿ ਕੋਈ ਸੰਤ ਗੁਰਮੁਖ ਹੈ ਜਿਹਦੇ ਦਰਸ਼ਨ ਕਰ ਲਈਏ। ਮਹਾਰਾਜ ਨੇ, ਕਲਗੀਧਰ ਨੇ ਆਖਿਆ ਕਿ ਮਾਤਾ ਜੀ, ਅੱਜ ਇੰਨੇ ਤੁਰੇ ਫਿਰਦੇ, ਭਾਵੇਂ ਕੋਈ ਸਿੱਖ ਘੋੜਿਆਂ ਦੀਆਂ ਸੇਵਾਵਾਂ ਕਰਦਾ ਹੈ, ਭਾਵੇਂ ਲੰਗਰ 'ਚ ਭਾਂਡੇ ਮਾਂਜਦਾ ਹੈ, ਭਾਵੇਂ ਕੋਈ ਜੋੜੇ ਝਾੜ ਰਿਹਾ ਹੈ, ਭਾਵੇਂ ਗੁਰੂ ਦਰਬਾਰ 'ਚ ਸੇਵਾ ਕਰਦਾ, ਸਾਰੇ ਸੰਤੇ ਹੈ। ਇਹ ਸਤਪੁਰਖ ਹੈ, ਸੰਤ ਪਦਵੀ ਨੂੰ ਪਹੁੰਚੇ ਹੋਏ ਹੈ। ਮਾਤਾ ਜੀ ਨੇ ਆਖਿਆ, ਕੋਈ ਫਿਰ ਬੁਲਾਓ, ਅਸੀਂ ਸੇਵਾ ਕਰਨੀ ਚਾਹੁੰਦੇ ਹਾਂ। ਫਿਰ ਮਹਾਰਾਜ ਗੁਰੂ ਕਲਗੀਧਰ ਜੀ ਦੇ ਇਤਿਹਾਸ 'ਚ ਆਉਂਦਾ ਨਾ, ਫਿਰ ਇਹ ਗੱਲ ਇਤਿਹਾਸ ਪੜ੍ਹੋਗੇ ਤਾਂ ਪਤਾ ਲੱਗੇਗਾ। ਪੜ੍ਹਨਾ ਤਾਂ ਹੈ ਨਹੀਂ, ਅਸੀਂ ਨਾ ਸੁਣਨਾ ਹੁੰਦਾ। ਉੱਦਾਂ ਹੀ ਮਾੜੀਆਂ ਮੋਟੀਆਂ ਕਲਿੱਪਾਂ ਜਿਹੀਆਂ ਸੁਣ ਕੇ ਅਤੇ ਫਿਰ ਸਵਾਲ ਕਰਨ ਲੱਗ ਜਾਂਦੇ ਹਾਂ, ਕਿਹੜਾ ਸੰਤ ਹੁੰਦਾ, ਕਿਵੇਂ ਹੁੰਦਾ। ਪੜ੍ਹੋ, ਫਿਰ ਪਤਾ ਲੱਗੂ। ਇਤਿਹਾਸ 'ਚ ਸਾਰਾ ਕੁਝ ਆਉਂਦਾ। ਕਹਿੰਦੇ ਜੀ ਕਿੱਥੇ ਮਿਲਿਆ, ਲਿਖਿਆ ਮਿਲਦਾ ਸੰਤ ਆਉਂਦਾ, ਉਹ ਬਥੇਰੀ ਥਾਂ ਆਉਂਦਾ, ਪੁੱਛੋ ਤੁਸੀਂ ਕਿਤੇ।
ਪੜ੍ਹੋ ਤੁਸੀਂ। ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਆਖਿਆ ਬ੍ਰਹਮ ਗਿਆਨੀ ਸੰਤ ਦੇ ਦਰਸ਼ਨ ਕਰਨੇ, ਮਹਾਰਾਜ ਨੇ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਸਨ ਭਾਈ ਰਾਮ ਕੁੰਵਰ ਜੀ, ਉਹਨਾਂ ਨੂੰ ਸੁਨੇਹਾ ਭੇਜਿਆ ਕਿ ਮਾਤਾ ਗੁਜਰੀ ਜੀ ਲੰਗਰ ਪ੍ਰਸ਼ਾਦੇ ਪਾਣੀ ਦੀ ਸੇਵਾ ਕਰਨੀ ਚਾਹੁੰਦੇ ਆ, ਆਓ। ਉਹਨਾਂ ਨੇ ਆਖਿਆ ਮਹਾਰਾਜ ਤੁਹਾਡੇ ਤੋਂ ਵੱਡਾ ਕਿਹੜਾ ਸੰਤ ਹੋਵੇ, ਤੁਸੀਂ ਤਾਂ ਅਮੇ ਦ੍ਰਿਸ਼ਟ ਪਿੱਖ ਹੈ, ਅਮੇ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਮਲ। ਤੁਸੀਂ ਤੇ ਪਾਪ ਕੱਟ ਦਿੰਦੇ ਹੋ, ਤੇ ਜਿਹਦੇ ਵੱਲ ਦੇਖੋ ਤੇ ਪੇਖਿਆ ਹੋਏ ਸੰਤ, ਉਹਨੂੰ ਦੇਖ ਕੇ ਜਿਹਦੇ ਵੱਲ ਦੇਖ ਲਓ ਸੰਤ ਬਣਾਉਣ ਵਾਲੇ ਹੋ। ਤੇ ਮਹਾਰਾਜ ਇਹ ਕੀ ਖੇਡ ਬਣੀ? ਮਹਾਰਾਜ ਕਹਿੰਦੇ ਮਾਤਾ ਜੀ ਦਾ ਹੀ ਹੁਕਮ ਹੈ, ਆ ਜਾਓ। ਫਿਰ ਆਏ ਮਾਤਾ ਗੁਜਰੀ ਜੀ ਨੇ, ਉਹਨਾਂ ਨੂੰ ਫਿਰ ਆਪ ਆਪਣੇ ਹੱਥੀਂ ਲੰਗਰ ਪ੍ਰਸ਼ਾਦਾ ਪਾਣੀ ਸਜਾ ਕੇ ਤਿਆਰ ਕਰਕੇ ਛਕਾਇਆ, ਹੋਰ ਖਾਲਸੇ ਨੂੰ ਵੀ ਛਕਾਇਆ। ਇਹ ਉਦਾਹਰਨ ਦੇਣ ਦਾ ਸਿਰਫ ਇੰਨਾ ਹੀ ਮਤਲਬ ਹੈ, ਇਹਦੇ ਵਿੱਚ ਕਿਸੇ ਸਾਧ ਬਾਬਿਆਂ ਦੇ ਡੇਰੇ ਦਾ ਪ੍ਰਚਾਰ ਪ੍ਰਸਾਰ ਦਾ ਕਿਤੇ ਹੀ ਮੰਤਵ ਨਹੀਂ ਹੈ। ਸਿਰਫ ਤੋਂ ਸਿਰਫ ਇਹ ਗੱਲ ਹੈ ਵੀ ਵਿਰੋਧ ਇੰਨਾ ਹੀ ਨਾ ਹੋ ਜਾਏ ਕਿ ਕਿਤੇ ਅਸੀਂ ਜਿਹੜਾ ਕੋਈ ਹਰਿਆ ਬੂਟਾ ਉਹਨੂੰ ਵੀ ਪੱਟ ਦਈਏ, ਕਿਤੇ ਇਹ ਵਿਚਾਰਧਾਰਾ ਹੀ ਨਾ ਸਾਡੇ ਵਿੱਚੋਂ ਮਨਫੀ ਹੋ ਜਾਏ ਕਿ ਕੋਈ ਸੰਤ ਗੁਰਮੁਖ ਹੁੰਦਾ ਹੀ ਨਹੀਂ। ਹੁੰਦੇ ਆ ਭਾਈ, ਬਾਣੀ ਨੇ ਆਖਿਆ ਹੈਨ ਵਿਰਲੇ, ਇਹ ਵੀ ਆਖਿਆ ਵਿਰਲੇ ਵਿਰਲੇ ਨਾ ਹੀ ਕਣੇ ਫੈਲ ਫੱਕੜ ਸੰਸਾਰ। ਵਿਰਲੇ ਵਿਰਲੇ ਤਾਂ ਹੈ ਹੀ ਬਈ। ਇਸ ਤਰੀਕੇ ਜਿਹੜੇ ਕਿਤੇ ਵਿਰਲੇ ਆ ਉਹਨਾਂ ਨੂੰ ਤਾਂ ਫਿਰ ਲੱਭਣਾ ਹੀ ਪੈਂਦਾ ਨਾ, ਉਹ ਇੱਟਾਂ 'ਤੇ ਤਾਂ ਬੈਠੇ ਨਹੀਂ ਹਰੇਕ ਜਗ੍ਹਾ। ਦਰਵਾਜ਼ਾ ਖੜਕਾ ਕੇ ਤਾਂ ਤੇਰਾ ਕਹਿੰਦੇ ਨਹੀਂ ਵੀ ਮੈਂ ਸੰਤ ਹਾਂ। ਉਹਨਾਂ ਦੇ ਏਜੰਟ ਤਾਂ ਤੁਰੇ ਨਹੀਂ ਫਿਰਦੇ ਵੀ ਆ ਜਾਓ ਸਾਡੇ ਸੰਤ ਨੂੰ ਮਿਲ ਲਓ, ਨਾ। ਉਹ ਤਾਂ ਬਾਣੀ 'ਚ ਕਹਿ ਦਿੱਤਾ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ। ਉਹਨਾਂ ਦੀ ਖੋਜ ਕਰਨੀ ਪਏਗੀ, ਢੂੰਡਣੇ ਪੈਣਗੇ। ਤਾਂ ਇਸ ਤਰੀਕੇ ਗੁਰੂ ਜੀ ਕਹਿੰਦੇ ਹਨ ਸੰਤ ਟਹਿਲ ਕੀ ਵੇਲਾ। ਇਹ ਵੇਲਾ, ਇਹ ਸਮਾਂ, ਇਹ ਵਕਤ ਹੈ ਜਿਹੜਾ ਗੁਰਮੁਖਾਂ ਦੀ, ਸੰਤਾਂ ਦੀ, ਰੱਬ ਦੇ ਪਿਆਰਿਆਂ ਦੀ ਸੇਵਾ ਦਾ ਵੇਲਾ ਹੈ। ਇਹਾ ਖਾਟ ਚੱਲੋ ਹਰ ਲਾਹਾ ਆਗੈ ਬਸਨ ਸੁਹੇਲਾ। ਕਹਿੰਦੇ ਇਹਾਂ ਖਾਟ ਚੱਲੋ ਹਰ ਲਾਹਾ, ਇੱਥੇ ਹੀ ਹੁਣੇ ਲਾਹਾ ਖੱਟਣ ਦਾ ਵੇਲਾ। ਲਾਹਾ ਜਣੀ ਲਾਭ ਨਫਾ, ਹੁਣੇ ਵੇਲਾ ਨਫੇ ਦਾ। ਨਫਾ ਕਾਹਦੇ 'ਚ ਹੁੰਦਾ? ਸੌਦੇ 'ਚ ਹੀ ਹੁੰਦਾ ਨਾ। ਲਾਭ ਨਫਾ ਲਾਹਾ ਕੋਈ ਸੌਦਾ ਕਰੋਗੇ ਤਾਂ ਹੀ ਹੈ। ਸਮਾਨ ਰੱਖੋ ਆਪਣੇ ਕੋਲ ਤੇ ਕੀ ਲਾਹਾ ਹੋਣਾ? ਨੁਕਸਾਨ ਹੀ ਹੋ ਜਾਣਾ। ਜਿਹੜੀ ਚੀਜ਼ ਤੁਹਾਡੇ ਕੋਲ ਪਈ ਹੈ, ਪਈ ਦਾ ਹੀ ਖਰਾਬ ਹੋ ਗਈ, ਕੋਈ ਕੰਮ ਦੀ ਨਹੀਂ। ਅਗਰ ਕੋਈ ਲਾਹੇ ਦੀ ਵਿਰਤੀ ਹੈ, ਕੁਝ ਲਾਹਾ ਲੈਣਾ ਤੇ ਫਿਰ ਸੌਦਾ ਕਰਨਾ ਪਏਗਾ। ਤੇ ਸੌਦਾ ਕਾਹਦਾ ਕਰਨਾ? ਕਾਹਦਾ ਸੌਦਾ? ਜ਼ਮੀਨਾਂ ਜਾਇਦਾਦਾਂ ਦਾ। ਇਹ ਤਾਂ ਤੁਸੀਂ ਕਰੀ ਜਾਂਦੇ, ਇਹ ਦੱਸਣ ਦੀ ਲੋੜ ਨਹੀਂ ਮਹਾਰਾਜ ਨੂੰ। ਇਹ ਤਾਂ ਇਹਦੇ ਬਾਰੇ ਤਾਂ ਮਹਾਰਾਜ ਨੇ ਆਖਿਆ ਵੀ ਕਾਰਜ 3.5 ਹੱਥ ਘਣੀ ਤਾਂ 4.25। ਬਸ ਇਹ ਤਾਂ ਗੱਲ ਇੰਨੀ ਕੁ ਹੈ। ਤੇਰੇ ਕੰਮ ਆਉਣੀ ਹੈ 3.5 ਹੱਥ ਧਰਤੀ। ਬਹੁਤਾ ਲੰਮਾ ਹੋਏਗਾ ਤੇ 4.25। ਜਿਹੜਾ ਬੰਦਾ ਜਦੋਂ ਕੋਈ ਮਰਦਾ ਹੈ ਨਾ, ਆਪਣੀ ਲੰਬਾਈ ਮਿਣ ਕੇ ਦੇਖ ਲਿਓ, ਆਪਣੀ ਉਹ ਆਪਣੇ ਸਰੀਰ ਦੀ ਆਪਣੇ ਹੱਥਾਂ ਦੇ 3.5 ਹੱਥ ਆਊਗਾ। ਲੰਮਾ ਹੋਊ ਬੰਦਾ, ਉਹਦੇ ਆਪਣੇ ਹੱਥ ਲੰਮੇ ਹੋ ਜਾਣਗੇ। ਗਿੱਠਾ ਹੋਊ, ਉਹਦੇ ਹੱਥ ਗਿੱਠੇ ਹੋ ਜਾਣਗੇ। 3.5 ਹੱਥ ਤੋਂ 4.25 ਹੱਥ ਤੱਕ ਦੀ ਲੰਬਾਈ ਬੰਦੇ ਦੇ ਸਰੀਰ ਦੀ ਹੁੰਦੀ ਹੈ। ਉਹਦੇ ਉੱਤੇ ਰੱਖ ਕੇ ਬੰਦੇ ਨੂੰ ਸਾਧ ਸੰਗਤ ਅੰਤਮ ਕਿਰਿਆਵਾਂ ਹੋ ਜਾਂਦੀਆਂ। ਅਤੇ ਮਹਾਰਾਜ ਕਹਿੰਦੇ ਇੰਨੀ ਹੋਇਆ ਬਸ। ਇਹ ਵੀ ਤੇਰੀ ਨਹੀਂ, ਇਹ ਜਗ੍ਹਾ 'ਤੇ ਜਿੰਨੀ ਕੁ ਤੈਨੂੰ ਦਿੱਤੀ ਹੈ, ਅਤੇ ਪਤਾ ਨਹੀਂ ਕਿੰਨੇ ਕੁ ਅੱਗੇ ਲੰਘਾਉਣੇ ਆ ਉਹਨਾਂ ਨੇ। ਹੁਣ ਤਾਂ ਕਈ ਥਾਈਂ ਦੇਖੀ ਦਾ ਬਾਹਰਲੇ ਮੁਲਕਾਂ 'ਚ ਤਾਂ ਹੈ ਸੀ, ਆਪਣੇ ਚੰਡੀਗੜ੍ਹ 'ਚ ਵੀ ਹੁਣ ਤਾਂ ਹੋ ਗਿਆ। ਉਹ ਬਿਜਲੀ ਵਾਲਾ ਚੈਂਬਰ ਜਿਹਾ ਹੈ, ਉਹਦੇ ਵਿੱਚ ਬੰਦੇ ਨੂੰ ਪਾ ਦਿੰਦੇ। ਗਏ ਸੀ ਸੰਸਕਾਰ ਦੇ ਉੱਤੇ, ਲੈ ਕੇ ਗਏ ਅਤੇ
ਥੋੜ੍ਹੇ ਜਿਹੇ ਟਾਈਮ ਬਾਅਦ ਬਸ ਅੱਧੇ ਕੁ ਘੰਟੇ ਬਾਅਦ ਜਦੋਂ ਆਏ ਖਤਮ ਹੀ ਹੋ ਗਿਆ। ਰਾਖ ਜੀ ਉਹ ਮਾੜੀ ਜੀ ਦਿਖਾਈ ਉਹਨਾਂ ਨੇ, ਅਤੇ ਉਹ ਮੁੜ ਕੇ ਐਂ ਥੋੜ੍ਹਾ ਵੀ ਉਹ ਚੈਂਬਰ ਜਾਂ ਬਦਲ ਦਿੰਦੇ ਆ, ਪਤਾ ਨਹੀਂ ਕਿੰਨੇ ਕੁ 3600 ਬੰਦਿਆਂ ਨੂੰ ਉਹਦੇ ਵਿੱਚ ਭੁਗਤਾਨ ਕਰਦੇ ਆ। ਅੱਜ ਇੱਥੇ ਸ਼ਮਸ਼ਾਨ ਘਾਟ ਬਣਿਆ ਹੁੰਦਾ, ਹੁਣ ਤਾਂ ਪੱਕੇ ਸ਼ੈੱਡ ਬਣਾ ਦਿੱਤੇ, ਇੱਟਾਂ ਲਾ ਦਿੱਤੀਆਂ। ਉੱਥੇ ਸਾਡੇ ਅਨੰਦਪੁਰ ਸਾਹਿਬ ਮਹਾਂਪੁਰਸ਼ ਬਾਬਾ ਲਾਭ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਪੱਕੇ ਥੜੇ ਬਣਵਾਏ, ਇਸ ਤਰੀਕੇ ਦੇ ਥੱਲੋਂ ਹਵਾ ਲੰਘਦੀ ਸੀ, ਬੜੇ ਵਧੀਆ। ਮੈਂ ਵੇਖਿਆ ਆਪਣੇ ਹੱਥੀਂ ਵੀ 10-20 ਜਣਿਆਂ ਦਾ ਤਾਂ ਅਸੀਂ ਉੱਥੇ ਅੰਤਮ ਜਿਹੜੀ ਖੇਡ ਸੀ ਉਹ ਦੇਖੀ। ਇੱਕੋ ਹੀ ਥਾਂ 3.5 ਹੱਥ ਵੀ ਨਾਲ ਨਹੀਂ ਨਿਭਦੀ, ਇੰਚ ਵੀ ਨਹੀਂ। ਫਿਰ ਕਿਹੜੀ ਚੀਜ਼ ਦਾ ਵਪਾਰ ਹੈ ਉਹ ਦੱਸਿਆ ਮਹਾਰਾਜ ਨੇ, ਮਨ ਵਿੱਚ ਹੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਗੁਰਸਿੱਖ ਆਪਣੇ ਗੁਰੂ ਦੇ ਨਾਲ ਆਪਣੇ ਆਪੇ ਦਾ ਸੌਦਾ ਕਰ ਲਵੇ, ਫਿਰ ਬਖਸ਼ਿਸ਼ ਹੁੰਦੀ। ਜਦੋਂ ਖੰਡੇ ਦੀ ਧਾਰ 'ਚੋਂ ਅੰਮ੍ਰਿਤ ਛਕਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਨੇ, ਅਤੇ ਸਾਧ ਸੰਗਤ ਪੰਜਾਂ ਨੇ ਆਪਣਾ ਸਿਰ ਭੇਟ ਕੀਤਾ ਨਾ, ਆਵਾਜ਼ ਮਾਰੀ ਕੋਈ ਸਿਰ ਦੇਵੇ ਉੱਠੇ। ਅਤੇ ਜਿਨ੍ਹਾਂ ਨੇ ਸਿਰ ਦਿੱਤਾ ਮਹਾਰਾਜ ਨੇ ਉਹਨਾਂ ਨੂੰ ਆਪਣੇ ਸਭ ਤੋਂ ਜ਼ਿਆਦਾ ਨੇੜੇ, ਮੇਰੇ 5 ਪਿਆਰੇ, ਸਭ ਤੋਂ ਜ਼ਿਆਦਾ ਪਿਆਰੇ, ਮੇਰੇ ਨਜ਼ਦੀਕੀ। ਸਾਡੇ ਵਾਲਾ ਪਿਆਰ ਨਹੀਂ, ਮੇਰਾ ਪਿਆਰ ਬੜਾ ਅੰਦਰੋਂ ਕੁਝ ਹੋਰ ਬਾਹਰੋਂ ਕੁਝ ਹੋਰ, ਸੱਚੀ ਮੁੱਚੀ ਪਿਆਰੇ ਸੀ ਉਹ ਮਹਾਰਾਜ ਦੇ। 5 ਪਿਆਰਿਆਂ ਨੇ ਸਿਰ ਭੇਟ ਕੀਤੇ ਅਤੇ 5 ਪਿਆਰੇ ਬਣੇ। ਅਤੇ ਮਹਾਰਾਜ ਸਾਹਿਬ ਗੁਰੂ ਕਲਗੀਧਰ ਨੇ ਆਪਣਾ ਰੂਪ ਆਖਿਆ, ਖਾਲਸਾ ਮੇਰੋ ਰੂਪ ਹੈ ਖਾਸ। ਉਹਨਾਂ ਅੱਗੇ ਗੁਰੂ ਕਲਗੀਧਰ ਨੇ ਆਪ ਸਿਰ ਝੁਕਾਇਆ। ਸਿਰ 'ਤੇ ਸੌਦਾ ਹੀ ਇਹ ਹੈ। ਅੱਜ ਵੀ ਕਦੇ ਜਾਓ 5 ਪਿਆਰੇ ਸਾਹਿਬਾਨਾਂ ਦੇ ਕੋਲ ਅੰਮ੍ਰਿਤ ਛਕਦੇ ਹੋ ਤਾਂ ਅੱਜ ਵੀ 5 ਪਿਆਰੇ ਸਾਹਿਬਾਨ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਹੁਕਮ ਕਹਿੰਦੇ ਆ, ਆਵਾਜ਼ ਮਾਰ ਕੇ ਕਹਿੰਦੇ ਆ ਬਈ ਜੇ ਇਹ ਸਿਰ ਹੈ ਜਿਹੜਾ ਪੰਥ ਦਾ ਹੈ, ਜੇ ਕਦੇ ਪੰਥ ਨੂੰ ਲੋੜ ਪੈ ਗਈ, ਪੰਥ ਆਵਾਜ਼ ਮਾਰੇ ਤੇ ਦੇਣਾ ਪਊਗਾ। ਦੱਸੋ ਦਿਓਗੇ? ਅੱਗੋਂ ਕਹਿਣਾ ਪੈਂਦਾ ਹਾਂਜੀ। ਅਤੇ ਨਾਲੇ ਵੀ ਕਿਹਾ ਜਾਂਦਾ ਹੈ ਮਰਜ਼ੀ ਹੈ ਤੁਹਾਡੀ, ਧੱਕਾ ਨਹੀਂ ਤੁਹਾਡੇ ਨਾਲ। ਜਿਹਨੇ ਮੁੜਨਾ ਪਿੱਛੇ ਹੁਣੇ ਮੁੜ ਜਾਓ, ਧੱਕਾ ਕੋਈ ਨਹੀਂ, ਦਰਵਾਜ਼ੇ ਖੁੱਲ੍ਹੇ ਆ, ਚਲੋ ਨਿਕਲ ਜਾਓ। ਕਿਹਾ ਜਾਂਦਾ ਵੀ ਜਿਹਨੇ ਜਾਣਾ ਵਾਪਸ ਚੱਲ ਜਾਓ, ਨਹੀਂ ਛਕਣਾ ਨਾ ਛਕੋ। ਇਹ ਤਾਂ ਇੱਥੋਂ ਹੀ ਅਸੀਂ ਮਾੜਾ ਮੋਟਾ ਤੁਹਾਨੂੰ ਕਹਿ ਕੂ ਦਿੰਦੇ ਹਾਂ, ਉਹ ਨਹੀਂ ਕਰਦੇ ਤੁਹਾਡੀ ਪਰਵਾਹ। 5 ਪਿਆਰੇ ਸਾਹਿਬਾਨ ਹੈ ਜਿਹੜੇ ਅੰਮ੍ਰਿਤ ਛਕਾਉਣ ਲੱਗਿਆ, ਉਹ ਤਾਂ ਉੱਥੇ ਗੱਲ ਨੂੰ ਨਿਤਾਰ ਕੇ ਸਾਰੀ ਰਹਿਤ ਮਰਿਆਦਾ ਸੁਣਾ ਕੇ ਇਕਰਾਰ ਲੈਂਦੇ ਆ ਕਿ ਬਚਨ ਮੰਨਦਾ ਤਾਂ ਬੈਠਾ ਰਹਿ, ਨਹੀਂ ਨਾ ਸੀ। ਬਥੇਰੇ ਨਿਕਲ ਵੀ ਆਉਂਦੇ ਉੱਥੋਂ, ਉਹਨਾਂ ਨੂੰ ਕੋਈ ਬੁਲਾਉਣ ਨਹੀਂ ਜਾਂਦਾ ਵੀ ਤੈਨੂੰ ਰਾਇਤ ਕਰ ਦਈਏ, ਤੈਨੂੰ ਛੱਡ ਦੇਵਾਂਗੇ, ਤੂੰ ਨਾ ਆਵਾਜ਼ 'ਤੇ ਉੱਠੀ, ਨਾ ਸਿਰ ਪੇਸ਼ ਕਰੀ, ਕੋਈ ਨਾ ਰੱਖੀ ਕੇਸ, ਨਾ ਪਾਈ ਕਿਰਪਾਨ, ਕੋਈ ਗੱਲ ਨਹੀਂ, ਨਾ ਪਾਈ ਕੰਘਾ, ਐਸਾ ਕੋਈ ਲੈਣਾ ਦੇਣਾ ਨਹੀਂ ਪਸੰਦ, ਨਾ ਬਸ ਜਾ, ਨੱਠ ਜਾ। ਇਸ ਤਰੀਕੇ ਸਾਧ ਸੰਗਤ ਆਪਣਾ ਆਪਾ ਅਰਪਣ ਕਰਨਾ ਪੈਂਦਾ ਹੈ। ਫਿਰ ਇਹ ਜਦੋਂ ਗੁਰੂ ਨੂੰ ਆਪਣਾ ਆਪਾ ਅਰਪਣ ਕਰ ਦਈਏ, ਫਿਰ ਲਾਹਾ ਹੀ ਲਾਹਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨਾਲ ਸੌਦਾ ਕੀਤਾ ਹੋਵੇ, ਘਾਟਾ ਹੋ ਸਕਦਾ? ਦੱਸੋ। ਜਿਸ ਸੌਦੇ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਣ, ਅਤੇ ਉਹ ਬੰਦਾ ਹੀ ਮੂਰਖ ਹੈ ਜਿਹੜਾ ਇਹ ਸਮਝ ਲਏ ਵੀ ਮੈਨੂੰ ਘਾਟਾ ਪੈ ਜਾਏਗਾ। ਕਿਵੇਂ ਘਾਟਾ ਪੈ ਸਕਦਾ? ਪੈ ਹੀ ਨਹੀਂ ਸਕਦਾ। ਜਿੱਥੇ ਬਾਲੀਏ ਦੋ ਜਹਾਨ ਧਰਮੀ ਬਾਬਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਉਹ ਖੜ੍ਹੇ ਹੋਣ, ਫਿਰ ਘਾਟਾ ਨਹੀਂ। ਇਸ ਲਈ ਮਹਾਰਾਜ ਕਹਿੰਦੇ ਈਹਾ ਖਾਟ ਚੱਲੋ ਹਰ ਲਾਹਾ। ਇੱਥੇ ਹੀ ਵੇਲਾ। ਸਾਡੇ ਤਾਂ ਹੁਣ ਇਸ ਤਰ੍ਹਾਂ ਦੀ ਆਦਤ ਸੁਭਾਅ ਜਿਹਾ ਬਣ ਗਿਆ, ਲੋਕਾਂ ਨੂੰ ਕਹਿ ਦਿਓ ਕਿਸੇ ਨੂੰ ਅੰਮ੍ਰਿਤ ਛਕੋ, ਬਸ ਕੋਈ ਨਾ ਬਾਅਦ 'ਚ ਛਕਾਂਗੇ ਅੱਗੇ। ਬੱਚੇ ਕਹਿੰਦੇ ਆ ਇਹ ਸਮਝਿਆ ਜਾ ਸਕਦਾ, ਉਹਨਾਂ ਨੂੰ ਸਮਝ ਨਹੀਂ ਹੈ। ਬੱਚੇ ਜਵਾਨ ਕਹਿੰਦੇ ਆ ਇਹ ਸਮਝਿਆ ਜਾ ਸਕਦਾ, ਬੁਢਾਪੇ 'ਤੇ ਗੱਲ ਕਰਦੇ ਹੋਣਗੇ। ਪਰ ਬੁੱਢੇ ਕਹਿੰਦੇ ਆ ਉਹਦੀ ਸਮਝ ਨਹੀਂ ਲੱਗਦੀ ਵੀ ਇਹ ਕੀ ਸਮਝਦੇ ਆ, ਵੀ ਅੱਗੇ ਦੇਖਾਂਗੇ। ਅੱਗੇ ਧਰਮ ਰਾਜਾ ਲਈ ਬੈਠਾ, ਖੰਡਾ ਵਾਟਾ ਤੇਰੇ ਲਈ ਉੱਥੇ ਬਈ ਆਉਣਾ ਬਾਬੇ ਨੇ, ਆ ਜਾ, ਉਹਨੂੰ 5 ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕਰਕੇ ਇੱਥੇ ਛਕਾ ਕੇ ਅੰਦਰ ਲੈ ਜਾਵਾਂਗੇ। ਐਸਾ ਨਹੀਂ ਛਕਾਉਣਾ, ਇੱਥੇ ਹੀ ਲਾਹਾ ਖੱਟ ਕੇ ਜਾਣਾ ਪਏਗਾ।
ਅੱਗੇ ਕੋਈ ਸੁਵਿਧਾ ਨਹੀਂ ਉੱਥੇ, ਅੱਗੇ ਨਹੀਂ ਪ੍ਰਵੇਸ਼ ਹੋਣਾ ਉਹ ਦਰਵਾਜ਼ੇ 'ਚ। ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚ ਪੜ੍ਹਦੇ ਹਾਂ। ਦਮਦਮਾ ਸਾਹਿਬ ਮਾਲਵੇ ਦੀ ਧਰਤੀ 'ਤੇ ਇੱਕ ਸਿੱਖ ਸੀ ਭਾਈ ਦਿਆਲ ਦਾਸ। ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਕਹਿਣ ਲੱਗੇ ਮਹਾਰਾਜ ਕੋਲ ਆਇਆ, ਕਿਰਪਾ ਕਰੋ। ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕੋਈ ਨਾ, ਬਖਸ਼ਿਸ਼ ਤੇ ਗੁਰੂ ਨਾਨਕ ਦੇ ਘਰ ਦੀ ਸदैव ਸਦਾ ਹੀ ਰਹਿੰਦੀ ਹੈ। ਤੂੰ ਇਉਂ ਕਰ, ਜਗਤ ਜੂਠ ਛੱਡ ਦੇ, ਤੰਬਾਕੂ ਤੰਬੂਕੂ ਖਾਣਾ। ਉਦੋਂ ਨਾ ਮਾਲਵੇ 'ਚ ਬੜੀ ਬੁਰਾਈ ਹੁੰਦੀ ਸੀ, ਇਹ ਲੋਕਾਂ ਦੇ ਵਿੱਚ ਹੁੱਕੇ ਲੋਕੀ ਬਹੁਤ ਪੀਆ ਕਰਦੇ ਅਤੇ ਦਾੜੀ ਕੇਸ ਘੱਟ ਰੱਖਦੇ ਸਨ। ਮਹਾਰਾਜ ਨੇ ਆਖਿਆ ਕਿ ਜਗਤ ਜੂਠ ਇਹਨੂੰ ਕਹਿੰਦੇ ਆ, ਤੰਬਾਕੂ ਨੂੰ। ਜਗਤ ਜੂਠ ਛੱਡ ਦੇ ਅਤੇ ਦਾੜੀ ਕੇਸ ਰੱਖ ਲੈ, ਅੰਮ੍ਰਿਤ ਛਕ ਲੈ ਅਤੇ ਕਿਰਪਾ ਤੇਰੇ ਉੱਤੇ ਹੋਏਗੀ। ਕਹਿੰਦਾ ਨਹੀਂ ਮਹਾਰਾਜ, ਅੰਮ੍ਰਿਤ ਤੇ ਨਹੀਂ ਮੈਂ ਛਕਣਾ। ਗੁਰੂ ਕਲਗੀਧਰ ਮਹਾਰਾਜ ਨੂੰ ਕਹਿਣ ਲੱਗਾ। ਮਹਾਰਾਜ ਕਹਿੰਦੇ ਮਰਜ਼ੀ ਹੈ ਤੇਰੀ। ਫਿਰ ਬੜਾ ਮਹਾਰਾਜ ਸਾਹਿਬ ਦੇ ਪਿੱਛੇ ਪਿੱਛੇ ਘੁੰਮਿਆ, ਰਾਸ਼ਨ ਦੇ ਸਮਾਨ ਦੇ ਗੱਡੇ ਭਰ ਕੇ ਲਿਆਇਆ ਕਿ ਮਹਾਰਾਜ ਮੇਰੀ ਭੇਟਾ ਕਬੂਲ ਕਰ ਲਓ, ਆ ਭੇਟਾ ਲੈ ਲਓ ਤੁਸੀਂ, ਬਸ ਖੁਸ਼ ਹੋ ਜਾਓ ਮੇਰੇ 'ਤੇ। ਕਹਿੰਦੇ ਨਾ, ਬਣਨੀ ਨਹੀਂ ਗੱਲ। ਪਿੱਛੇ ਪਿੱਛੇ ਫਿਰਿਆ। ਉਹਦੇ ਪਿੰਡ ਵਿੱਚ ਦੀ ਜਦੋਂ ਲੰਘੇ ਨਾ, ਇਤਿਹਾਸ 'ਚ ਤਾਂ ਇੱਕ ਵਾਰੀ ਤਾਂ ਇਹ ਵੀ ਆਉਂਦਾ ਕਿ ਘੋੜਾ ਤੰਬਾਕੂ 'ਚ ਨਹੀਂ ਸੀ ਵੜਿਆ ਨੌਵੇਂ ਪਾਤਸ਼ਾਹ ਦਾ। ਇੱਕ ਉਹ ਆਉਂਦਾ, ਇੱਕ 10ਵੇਂ ਪਾਤਸ਼ਾਹ ਜੀ ਦਾ ਵੀ ਆਉਂਦਾ। ਜਦੋਂ ਉਹਦੇ ਪਿੰਡ ਵਿੱਚ ਦੀ ਲੰਘੇ, ਘੋੜੇ ਨੂੰ ਪਿਆਸ ਲੱਗੀ ਸੀ, ਛੱਪੜ 'ਚ ਪਾਣੀ ਨਹੀਂ ਸੀ ਪੀਤਾ ਘੋੜੇ ਨੇ। ਉੱਥੇ ਪੁੱਛਿਆ ਇਹ ਪਿੰਡ ਕਿਹਦਾ? ਕਹਿੰਦੇ ਮਹਾਰਾਜ ਦਿਆਲ ਦਾਸ ਦਾ ਪਿੰਡ ਹੈ। ਮਹਾਰਾਜ ਕਹਿੰਦੇ ਅੱਛਾ, ਤਾਂ ਹੀ ਮਨਮੁਖ ਦਾ ਪਿੰਡ ਹੈ। ਗੁਰੂ ਤੋਂ ਬੇਮੁਖ ਹੋਇਆ ਫਿਰਦਾ। ਜਵਾਬ ਦੇ ਗਿਆ, ਗੁਰੂ ਨੂੰ ਜਵਾਬ ਦੇ ਗਿਆ, ਇਹਦੇ ਨਗਰ ਦਾ ਪਾਣੀ ਨਹੀਂ ਪੀਣਾ ਘੋੜੇ ਨੇ। ਅਤੇ ਫਿਰ ਆਖਿਰ ਸਾਧ ਸੰਗਤ ਮਹਾਰਾਜ ਦੇ ਚਰਨੀ ਆ ਕੇ ਖਹਿੜਾ ਛੁੱਟਿਆ, ਛੁਟਕਾਰਾ ਕਰਵਾਇਆ। ਬੜੇ ਇਸ ਤਰ੍ਹਾਂ ਦੇ ਉਦਾਹਰਨ ਮਿਲ ਜਾਣਗੇ। ਇੱਕ ਮੁਸਲਮਾਨ ਵਹਿਮੀ ਨਾਂ ਦਾ ਫਕੀਰ ਸੀ, ਉਹ ਤਾਂ ਐਡਾ ਮਾਲਵੇ ਦੇ ਵਿੱਚ ਹੀ ਸੀ, ਇੰਨਾ ਮੰਨਦੇ ਸੀ ਲੋਕੀ ਉਹਨੂੰ। 9 ਗਜਾ ਪੀਰ ਕਹਿੰਦੇ ਸਨ। ਆਪਣੇ ਜਿਉਂਦੇ ਜੀ 9 ਗਜ ਦੀ ਕਬਰ ਉਹਨੇ ਬਣਵਾਈ ਹੋਈ ਸੀ। ਔਰ ਉਹਦਾ ਇਹ ਸੀ ਵੀ ਜਦੋਂ ਮੇਰਾ ਅੰਤ ਸਮਾਂ ਆਊਗਾ, ਸਮਾਧ ਦੇ ਵਿੱਚ ਲੇਟ ਜਾਵਾਂਗਾ ਅਤੇ ਬਸ ਜਿਉਂਦੇ ਜੀ ਸਮਾਧੀ ਲੈਣੀ ਹੈ, ਉਹਦਾ ਇਹ ਮਤਲਬ ਸੀ। ਪਰ ਜਦੋਂ ਗੁਰੂ ਕਲਗੀਧਰ ਮਹਾਰਾਜ ਦੇ ਦਰਸ਼ਨ ਕੀਤੇ, ਸਭ ਪਖੰਡ ਜੇ ਛੱਡ ਗਿਆ, ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ। ਗੁਰੂ ਕਲਗੀਧਰ ਮਹਾਰਾਜ ਮੁਸਲਮਾਨ ਫਕੀਰ ਸੀ ਪਰ ਛਕਿਆ, ਅਤੇ ਮਹਾਰਾਜ ਗੁਰੂ ਕਲਗੀਧਰ ਨੇ ਆਪ ਅੰਮ੍ਰਿਤ ਛਕਾਇਆ। ਭਾਈ ਮਾਨ ਸਿੰਘ ਨੂੰ ਆਖਿਆ ਅੰਮ੍ਰਿਤ ਤਿਆਰ ਕਰੋ, ਕੀਤਾ, ਛਕਾ ਤਾ। ਭਾਈ ਦਾਨ ਸਿੰਘ ਉਹਦੇ ਸਾਥੀ ਸਨ। ਜਦੋਂ ਕਲਗੀਧਰ ਜੀ ਮਾਲਵੇ 'ਚ ਜਾ ਰਹੇ ਸਨ ਦਮਦਮਾ ਸਾਹਿਬ ਵੱਲ ਨੂੰ, ਉਹਦੇ ਸਾਥੀ ਬਰਾੜਾ ਨੇ ਮਹਾਰਾਜ ਦਾ ਘੋੜੇ ਦੀਆਂ ਬਾਂਗਾਂ ਫੜ ਲਈਆਂ ਕਿ ਮਹਾਰਾਜ ਸਾਡੀ ਤਨਖਾਹ ਦਿਓ ਇੱਥੇ ਹੀ। ਗੁਰੂ ਗੋਬਿੰਦ ਸਿੰਘ ਕਹਿੰਦੇ ਇੱਥੇ ਜੰਗਲ 'ਚ ਕਿਹੜੀ ਇੱਥੇ ਕੋਈ ਭੇਟ ਆਉਂਦੀ ਹੈ, ਇੱਥੋਂ ਕਿੱਥੋਂ ਦੇ ਦਈਏ, ਅੱਗੇ ਚੱਲੋ ਸੰਗਤ ਆਏਗੀ ਅਤੇ ਦੇ ਦਾਂਗੇ। ਕਹਿੰਦੇ ਨਾ ਮਹਾਰਾਜ, ਸਾਡੀ ਹੱਦ ਇੱਥੇ ਤੱਕ ਹੈ, ਅੱਗੇ ਤਾਂ ਚੌਧਰੀ ਡੱਲੇ ਦਾ ਇਲਾਕਾ ਆ ਜਾਏਗਾ। ਉਹਨਾਂ ਦੇ ਮਨ 'ਚ ਸੀ ਵੀ ਜਦੋਂ ਉਹਦਾ ਇਲਾਕਾ ਆ ਜਾਏਗਾ, ਖੌਰੇ ਕਿਤੇ ਮਹਾਰਾਜ ਦੇਣੇ ਨਾ ਸਾਨੂੰ ਤਨਖਾਹ। ਮਹਾਰਾਜ ਨੇ ਆਖਿਆ ਓਏ, ਯਕੀਨ ਦੀ ਕੋਈ ਚੀਜ਼ ਹੁੰਦੀ ਆ ਧਰਮ ਦੇ ਵਿੱਚ, ਅਤੇ ਗੁਰੂ ਪੀਰਾਂ ਦੇ ਉੱਤੇ ਯਕੀਨ ਹੋਵੇ ਤਾਂ ਹੀ ਗੱਲ ਬਣਦੀ। ਕਹਿੰਦੇ ਨਾ ਜੀ, ਸਾਨੂੰ ਤਾਂ ਇੱਥੇ ਹੀ ਦਿਓ। ਚੰਗਾ ਕਹਿੰਦੇ ਮਹਾਰਾਜ। ਉੱਥੇ ਕਹਿੰਦੇ ਚੰਗਾ ਬੈਠੋ। ਫਿਰ ਮਹਾਰਾਜ ਇੱਕ ਦਰਖਤ ਦੇ ਕੋਲ ਬੈਠੇ, ਤੀਰ ਕੱਢਿਆ ਗੁਰੂ ਕਲਗੀਧਰ ਮਹਾਰਾਜ ਨੇ ਖਪਰਾ, ਕਮਾਨ 'ਤੇ ਚਾੜ ਕੇ ਅਸਮਾਨ ਨੂੰ ਮਾਰਿਆ ਮਹਾਰਾਜ ਕਲਗੀਧਰ ਨੇ। ਬਸ ਅਸਮਾਨੀ ਜਿਉਂ ਤੀਰ ਚੜ੍ਹਿਆ, ਤੀਰ ਕਾਹਦਾ ਸੁਨੇਹਾ ਹੀ ਸੀ ਕੋਈ। ਇੱਕਦਮ ਕਾਲੀਆਂ ਘਟਾਵਾਂ ਹੋ ਗਈਆਂ, ਬੱਦਲ ਗਰਜਣ ਲੱਗ ਗਏ ਅਤੇ ਬਿਜਲੀ ਕੜਕੜ ਕਰਦੀ, ਮੋਟਾ ਮੋਟਾ ਮੀਂਹ ਪਿਆ। ਅਤੇ ਪੈਂਦੇ ਮੀਂਹ ਦੇ ਵਿੱਚ ਕੋਈ ਆਇਆ ਸੇਵਕ, ਹੱਥ ਜੋੜੇ, ਮੱਥਾ ਟੇਕਿਆ ਅਤੇ ਮਹਾਰਾਜ ਜੀ ਦੇ ਅੱਗੇ ਦਿਨਾਰਾਂ ਦੀਆਂ, ਮੋਹਰਾਂ ਦੀਆਂ, ਰੁਪਈਆਂ ਦੀਆਂ ਭਰੀਆਂ ਹੋਈਆਂ ਖੁਰਜੀਆਂ, ਖੱਚਰਾਂ ਲੱਦੀਆਂ ਹੋਈਆਂ ਮਹਾਰਾਜ ਦੇ ਚਰਨਾਂ 'ਚ ਅਰਪਣ ਕਰ ਗਿਆ। ਔਰ ਵਚਨ ਕਰ ਗਿਆ, ਮਹਾਰਾਜ
ਕੁਬੇਰ ਦੇ ਵੱਲੋਂ ਨਮਸਕਾਰ ਹੈ ਆਪ ਜੀ ਨੂੰ। ਸਤਿਗੁਰੂ ਜੀ ਨੇ ਆਖਿਆ ਠੀਕ ਹੈ। ਉੱਥੇ ਫਿਰ ਉਹਨਾਂ ਦੀਆਂ ਤਨਖਾਹਾਂ ਮਹਾਰਾਜ ਨੇ ਦਿੱਤੀਆਂ ਵੰਡ ਵੰਡ ਕੇ। ਉਹਨਾਂ ਨੇ ਦੂਣੀਆਂ ਮੰਗੀਆਂ, ਸਾਨੂੰ ਦੁੱਗਣੀਆਂ ਦਿਓ। ਕਿਉਂ? ਇੱਕ ਤਾਂ ਸਾਡੀ ਦਿਓ, ਇੱਕ ਅਸੀਂ ਬੰਦਾ ਪਿੱਛੇ ਘਰੇ ਵੀ ਛੱਡ ਕੇ ਆਏ ਹਾਂ ਕੋਈ, ਉਹਨਾਂ ਦੀ ਵੀ ਦਿਓ, ਘੋੜਿਆਂ ਦਾ ਵੀ ਦਿਓ, ਸਾਡਾ ਹਿਸਾਬ ਕਿਤਾਬ। ਮਹਾਰਾਜ ਕਹਿੰਦੇ ਲੈ ਲਓ ਹੁਣ ਜਿੰਨਾ ਲੈਣਾ। ਸਾਰਿਆਂ ਨੂੰ ਦਿੱਤਾ। ਅਤੇ ਉੱਥੇ ਬਰਾੜ ਸੀ, ਉਹਨਾਂ ਦੇ ਵਿੱਚੋਂ ਸੀ ਇੱਕ ਭਾਈ ਦਾਨ ਸਿੰਘ ਨਾਂ ਦਾ ਸਿੱਖ ਸੀ। ਗੁਰੂ ਕਲਗੀਧਰ ਮਹਾਰਾਜ ਨੇ ਆਖਿਆ ਆ ਜਾ ਦਾਨ ਸਿੰਘ ਤੂੰ ਵੀ ਲੈ ਲੈ। ਕਹਿੰਦਾ ਮਹਾਰਾਜ ਮੈਂ ਤਾਂ ਨਹੀਂ, ਮੈਂ ਨਹੀਂ ਲੈਣਾ, ਪੈਸਾ ਧਨ ਨਹੀਂ ਮੈਂ ਲੈਣਾ, ਸਿੱਖੀ ਦੇ ਦਿਓ ਤੁਹਾਡੀ। ਮਹਾਰਾਜ ਗੁਰੂ ਕਲਗੀਧਰ ਹੱਸ ਕੇ ਕਹਿਣ ਲੱਗੇ, ਕਹਿੰਦੇ ਆ ਤੇਰੇ ਭਰਾ ਤੇ ਪੈਸੇ ਮੰਗਦੇ, ਇਹਨਾਂ 'ਚ ਰਾਲਾ ਆਪਣੇ ਭਰਾਵਾਂ 'ਚ ਰਹੀਦਾ ਹੁੰਦਾ, ਵੱਖਰੀ ਰੀਤੀ ਨਹੀਂ ਚਲਾਈ ਦੀ। ਕਹਿੰਦਾ ਨਾ ਮਹਾਰਾਜ ਪੈਸਾ ਨਹੀਂ ਪਿਆਰਾ, ਸਿੱਖੀ ਪਿਆਰੀ ਹੈ। ਗੁਰੂ ਕਲਗੀਧਰ ਕਹਿੰਦੇ ਉਹ ਨਹੀਂ ਨਹੀਂ, ਜਿਹੜੇ ਵਪਾਰੀ ਕਿਸਮ ਦੇ ਲੋਕ ਹੁੰਦੇ ਉਹਨਾਂ ਸਿੱਖੀ ਤੋਂ ਕੀ ਲੈਣਾ, ਇਹ ਤਾਂ ਸਿਦਕ ਵਾਲਿਆਂ ਪ੍ਰੇਮ ਵਾਲਿਆਂ ਦਾ ਹਿਸਾਬ ਕਿਤਾਬ ਹੈ। ਜਿਹੜੇ ਹਿਸਾਬ ਕਿਤਾਬ ਜਾਂ ਲਾਉਂਦੇ ਨਾ ਕੈਲਕੂਲੇਸ਼ਨ ਜਾਂ ਇਹਦਾ ਕੀ ਫਾਇਦਾ, ਇਹਦਾ ਕੀ ਫਾਇਦਾ, ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈ। ਇਹ ਤਾਂ ਖੇਡ ਹੈ, ਖੇਡ ਵਪਾਰੀ ਦੇ ਸਮਝ 'ਚ ਨਹੀਂ ਆਉਂਦੀ। ਖੇਡ ਤਾਂ ਹੁਣ ਇੱਥੇ ਫੁੱਟਬਾਲ ਲੈ ਕੇ ਦੋ ਬੰਦੇ ਕਈ ਬੰਦੇ ਲੱਗੇ ਹੁੰਦੇ, ਜਾਂ ਵਾਲੀਬਾਲ ਖੇਡ ਦੇ ਵਿਚਾਲੇ ਨੈੱਟ ਲਾ ਲੈਂਦੇ, ਇੱਕ ਜਣਾ ਇੱਧਰੋਂ ਮਾਰਦਾ ਇੱਕ ਉੱਧਰੋਂ ਮਾਰਦਾ, ਟੀਮ ਲੱਗੀ ਹੁੰਦੀ। ਜਿਹੜਾ ਕੈਲਕੂਲੇਸ਼ਨ ਵਾਲਾ ਉਹ ਆਖੂ ਇਹ 'ਚ ਕੀ ਫਾਇਦਾ, ਐਵੇਂ ਹੀ ਲੱਗੇ ਪਏ, ਫਾਇਦਾ ਤਾਂ ਉਹ 'ਚ ਕੋਈ ਨਹੀਂ ਲੱਗਦਾ। ਅਤੇ ਦੂਜੇ 150 ਬੰਦੇ ਦੇਖਦੇ ਹੁੰਦੇ, ਉਹਨਾਂ ਨੂੰ ਵੀ ਕਹੂ ਇਹ ਵੀ ਵਿਹਲੇ ਬੈਠੇ, ਇਹ 'ਚ ਕੀ ਫਾਇਦਾ। ਪਰ ਰਸ ਤਾਂ ਖੇਡ 'ਚ ਹੈ ਨਾ। ਇਹ ਤਾਂ ਕੰਮ ਦੋ ਮਸ਼ੀਨਾਂ ਵੀ ਕਰ ਸਕਦੀਆਂ, ਦੋ ਮਸ਼ੀਨਾਂ ਲਾ ਦੇਣ, ਉੱਧਰੋਂ ਚੱਕੇ ਬੋਲ ਨੂੰ ਉੱਧਰ ਮਾਰੋ, ਉੱਧਰੋਂ ਚੱਕੇ ਉੱਧਰ ਮਾਰੇ, ਕੀ ਉਹਦੇ 'ਚ ਕੀ ਲੱਗਦਾ ਕੁਛ। ਪਰ ਖੇਡ ਐਸੀ ਹੁੰਦੀ ਹੈ, ਉਹ ਫਾਇਦੇ ਫੂਦੇ ਨਹੀਂ ਉਹ 'ਚ ਦੇਖੇ ਜਾਂਦੇ। ਇਹ ਜਿਹੜੀ ਪ੍ਰੇਮ ਦੀ ਖੇਡ ਐਸੀ ਹੈ, ਸਿੱਖੀ ਦੀ ਇੱਕ ਖੇਡ ਹੈ, ਰਸ ਹੈ ਇਹ। ਕਹਿਣ ਲੱਗਾ ਜੀ ਨਹੀਂ ਮਹਾਰਾਜ ਮੈਨੂੰ ਤਾਂ ਬਸ ਸਿੱਖੀ ਚਾਹੀਦੀ। ਫਿਰ ਉੱਥੇ ਗੁਰੂ ਕਲਗੀਧਰ ਮਹਾਰਾਜ ਨੇ ਆਖਿਆ ਚੰਗਾ, ਫਿਰ ਜੇ ਸਿੱਖੀ ਚਾਹੀਦੀ ਫਿਰ ਸਿੱਖੀ ਇੰਨੀ ਸੌਖੀ ਨਹੀਂ, ਇਹਦੇ ਲਈ ਆਪਾਂ ਸਮਰਪਿਤ ਕਰਨਾ ਪੈਂਦਾ, ਇੱਕ ਸੌਦਾ ਕਰਨਾ ਪਊਗਾ। ਕਰਨਾ ਚਾਹੁੰਦਾ? ਕਹਿੰਦਾ ਜੀ ਕਰੋ, ਹੁਕਮ ਕਰੋ। ਮਹਾਰਾਜ ਕਹਿੰਦੇ ਦਾੜੀ ਕੇਸ ਰੱਖ ਲੈ, ਕੇਸ ਰੱਖ ਲੈ। ਦਾੜੀ ਤਾਂ ਰੱਖਦਾ ਹੀ ਸੀ। ਅਤੇ ਮਹਾਰਾਜ ਕਹਿੰਦੇ ਵੀ ਕੇਸਾਂ ਦੀ ਪਹਿਚਾਣ, ਜਿਸ ਤਰ੍ਹਾਂ ਦਾ ਬੰਦਾ ਮਰਦਾ ਹੈ ਸੂਖਸ਼ਮ ਸਰੀਰ ਵੀ ਉਸ ਤਰ੍ਹਾਂ ਦਾ ਹੀ ਇਸ ਸਰੀਰ 'ਚੋਂ ਨਿਕਲ ਜਾਂਦਾ। ਕੇਸਾਧਾਰੀ ਹੈ, ਜਿਵੇਂ ਸੁਪਨਾ ਹੁੰਦਾ, ਸੁਪਨੇ ਦੇ ਜਿਵੇਂ ਅਸੀਂ ਜਿਸ ਤਰੀਕੇ ਦੇ ਹੋਣਾ ਇੱਦਾਂ ਦਾ ਹੀ ਸੁਪਨੇ 'ਚ ਦੇਖਾਂਗੇ। ਜੇ ਹੁਣ ਕੇਸਾਧਾਰੀਆਂ ਸੁਪਨੇ 'ਚ ਘੋਣ ਮੋਨ ਥੋੜ੍ਹਾ ਦਿਖਣੇ ਆ। ਜੇ ਹੁਣ ਕੇਸ ਨਹੀਂ ਰੱਖੇ ਤਾਂ ਸੁਪਨੇ 'ਚ ਥੋੜ੍ਹਾ ਦਸਤਾਰ ਬੰਨੀ ਨਿਹੰਗ ਸਿੰਘ ਵਾਲਾ ਭੇਖ ਦਿਖੂਗਾ। ਜਿੱਦਾਂ ਦੇ ਆ ਉੱਦਾਂ ਦਾ ਹੀ ਸੁਪਨਾ, ਇੱਦਾਂ ਹੀ ਸੁਪਨਾ ਵੀ ਸੂਖਸ਼ਮ ਸਰੀਰ ਦੀ ਖੇਡ ਹੈ। ਔਰ ਮੌਤ ਵੀ ਆ ਸਰੀਰ 'ਚੋਂ ਸੂਖਸ਼ਮ ਸਰੀਰ ਨਿਕਲਦੀ ਹੈ, ਬਸ ਇਹੀ ਇੱਕ ਘਟਨਾ ਘਟਦੀ ਹੈ, ਉੱਦਾਂ ਦਾ ਹੀ ਜਾਂਦਾ। ਮਹਾਰਾਜ ਕਹਿੰਦੇ ਕੇਸਾਂ ਦੀ ਪਹਿਚਾਣ ਹੈ, ਮੋਹਰ ਹੈ, ਕੇਸ ਪਹਿਚਾਣ ਕੇ ਅਸੀਂ ਰੱਖਿਆ ਕਰਾਂਗੇ। ਉਹਨੇ ਰੱਖਿਆ, ਫਿਰ ਅੰਮ੍ਰਿਤ ਛਕਿਆ। ਅੰਮ੍ਰਿਤ ਛਕ ਕੇ ਭਾਈ ਦਾਨ ਸਿੰਘ ਬਣਿਆ, ਅੰਮ੍ਰਿਤ ਛਕ ਕੇ ਸਿੰਘ ਸਜਿਆ, ਫਿਰ ਗੁਰੂ ਕਾ ਸਿੱਖ ਬਣਿਆ। ਅਤੇ ਇਉਂ ਸਾਧ ਸੰਗਤ ਇੱਥੇ ਹੀ ਵੇਲਾ ਹੈ, ਇਹਾਂ ਖਾਟ ਚੱਲੋ ਹਰ ਲਾਹਾ। ਇੱਥੇ ਹੀ ਵਕਤ ਹੈ, ਇੱਥੇ ਹੀ ਲਾਹਾ ਖੱਟਣ ਦਾ। ਗੁਰੂ ਨਾਲ ਸੌਦਾ ਕਰ ਲਓ। ਗੁਰੂ ਨਾਲ ਸੌਦਾ ਕੀ ਹੈ? ਆਪਣਾ ਆਪਾ ਗੁਰੂ ਦੇ ਅੱਗੇ ਰੱਖ ਦਿਓ। ਬਸ ਆਪਣਾ ਆਪਾ ਗੁਰੂ ਅੱਗੇ ਸਮਰਪਣ ਕਰ ਦਿਓ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਤੋ ਬਿਦ ਨੀਕੀ ਖਟਾਨੀ। ਜੀ ਕੀ ਏਕੈ ਹੀ ਪਹਿਮਾਨੀ, ਅਵਰ ਯਤਨ ਕਰ ਰਹੇ ਬਹੁ ਤੇਰਾ। ਤਿੰਨ ਤਿਲ ਨਹੀਂ ਕੀਮਤ ਜਾਣੇ। ਇਸ ਤਰੀਕੇ ਸਮਝਾ ਰਹੇ। ਇਹਾਂ ਖਾਟ ਚੱਲੋ ਹਰ ਲਾਹਾ। ਹਰੀ ਨਾਮ ਦਾ ਲਾਹਾ ਲਾਭ ਹੈ, ਇੱਥੇ ਖੱਟ ਕੇ ਜਾਣਾ ਪਏਗਾ। ਇਉਂ ਨਹੀਂ ਵੀ ਅੱਗੇ ਜਾ ਕੇ ਜਪ ਲਵਾਂਗੇ ਜਾਂ ਨਾ, ਇੱਥੇ ਖੱਟ ਕੇ ਚੱਲੋ। ਆਗੈ ਬਸਨ ਸੁਹੇਲਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਕਹਿੰਦੇ ਫਿਰ ਅੱਗੇ ਜਦੋਂ ਅੱਗੇ ਜਾਣਾ
ਕਹਿੰਦੇ ਆਗੈ ਵਸਣ ਸੁਹੇਲਾ, ਅੱਗੇ ਵਸਣਾ ਸੌਖਾ ਹੋ ਜਾਏਗਾ। ਹੁਣ ਤਾਂ ਇਸ ਚੀਜ਼ ਤੋਂ ਵੀ ਮੁਨਕਰ ਹੋਈ ਜਾਂਦੇ ਆ ਵੀ ਕੋਈ ਅੱਗਾ ਨਹੀਂ ਹੈ, ਕੁਛ ਨਹੀਂ ਹੈ। ਹੋਰ ਹੈ ਕੀ ਹੈ ਫਿਰ? ਮਤਲਬ ਕਹਿਣਾ ਕੀ ਚਾਹੁੰਦੇ ਤੁਸੀਂ ਵੀ ਅੱਗੇ ਕੁਛ ਨਹੀਂ? ਬੰਦਾ ਇੱਥੋਂ ਮਰ ਗਿਆ, ਕਿੱਧਰ ਗਿਆ, ਕਿੱਥੇ ਚਲਾ ਗਿਆ? ਜਿਹੜਾ ਜਦ ਕਿੱਥੋਂ ਆਇਆ ਇਹ ਤੇ ਕਿੱਧਰ ਗਿਆ? ਇਹੀ ਤਾਂ ਸਮਝ ਹੈ, ਇਹੀ ਤਾਂ ਅਧਿਆਤਮਵਾਦ ਹੈ, ਇਹੀ ਤਾਂ ਵਿਚਾਰ ਹੈ। ਇਸੇ ਚੀਜ਼ 'ਤੇ ਤਾਂ ਧਰਮ ਖੜ੍ਹਾ ਹੈ। ਧਰਮ ਦਾ ਬੇਸ ਹੈ ਆਪਣੇ ਆਪੇ ਨੂੰ ਜਾਣਨਾ ਵੀ ਕੌਣ ਹੈ ਤੂੰ? ਸਰੀਰ ਹੈ ਤੂੰ? ਫਿਰ ਇਹ ਕੌਣ ਹੈ ਜਿਹੜਾ ਅੰਦਰ ਇਸ ਦੇ ਵੱਸਦਾ ਹੈ? ਜੇ ਉਹ ਚੀਜ਼ ਨੂੰ ਹੀ ਅਸੀਂ ਮੰਨਣ ਤੋਂ ਇਨਕਾਰ ਹੋ ਜਾਈਏ ਤਾਂ ਧਰਮ ਦਾ ਰਹਿ ਕੱਖ ਨਹੀਂ ਗਿਆ। ਫਿਰ ਜੇ ਅਸੀਂ ਆਤਮਿਕ ਗੱਲ ਨੂੰ ਮੰਨਣੋਂ ਹਟ ਜਾਈਏ ਕਿ ਸਰੀਰ ਦੇ ਅੰਦਰ ਕੋਈ ਆਤਮਾ ਵੱਸਦੀ ਹੈ, ਸਰੀਰ 'ਚੋਂ ਨਿਕਲ ਜਾਂਦੀ ਹੈ, ਅੱਗੇ ਕਿਤੇ ਜਾਂਦੀ ਹੈ, ਜੋ ਚੀਜ਼ ਨੂੰ ਇਹ ਮੁੱਕਰ ਜਾਈਏ ਅਸੀਂ ਚਲਾਕੀ ਨਾਲ, ਕਿਸੇ ਤਰੀਕੇ ਨਾਲ, ਤੇ ਰਹਿ ਹੀ ਕੁਛ ਨਹੀਂ ਗਿਆ ਧਰਮ 'ਚ। ਫਿਰ ਛਿੱਲੜ ਰਹਿ ਗਿਆ, ਉਤਲਾ ਵਿਚਲਾ ਗੁੱਦਾ ਤੇ ਹੈ ਹੀ ਨਹੀਂ। ਮਹਾਰਾਜ ਕਹਿੰਦੇ ਆਗੈ ਵਸਨ ਸੁਹੇਲਾ, ਈਹਾਂ ਤੇ ਆਗੈ ਦੋ ਸ਼ਬਦ ਵਰਤੇ ਆ। ਇੱਥੇ ਲਾਹਾ ਖੱਟੋ ਨਾਮ ਦਾ, ਬਾਣੀ ਦਾ, ਸੇਵਾ ਦਾ, ਸਿਮਰਨ ਦਾ। ਤੇ ਮਹਾਰਾਜ ਕਹਿੰਦੇ ਆਗੈ ਵਸਨ ਸੁਹੇਲਾ, ਅੱਗੇ ਸੌਖੇ ਵਸੋਗੇ ਪਿਆਰੇ। ਅੱਗੇ ਜਦੋਂ ਜਾਣਾ ਹੈ ਉੱਥੇ ਵਾਸਾ ਸੌਖਾ ਹੋਏਗਾ। ਆਗੈ ਸਭ ਸੁਜਾਨ ਹੈ, ਲੱਸੀ ਵਸਤ ਸਮਾਲ। ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚਲੋ, ਸੋ ਦੇਖੈ ਪਤੀ ਆਏ। ਜਿੰਨਾ ਰਾਸ ਨਾ ਸੱਚ ਹੈ, ਕਿਉਂ ਤਿੰਨਾ ਸੁਖ ਹੋਏ, ਖੋਟੇ ਬਣੰਜਿਆਂ ਮਨ ਤਨ ਖੋਟਾ ਹੋਏ। ਮਹਾਰਾਜ ਨੇ ਬਾਣੀ 'ਚ ਆਖਿਆ ਭਾਈ ਰੇ ਰਾਮ ਕਹੋ ਚਿਤ ਲਾਏ, ਇਹ ਲਾਹਾ ਅੱਗੇ ਸੌਖਾ। ਔਦ ਘਟੈ ਦਿਨ ਸਰੈਣਾ ਰੇ, ਔਦ ਘਟੈ ਦਿਨ ਸਰੈਣਾ ਰੇ। ਅੱਗੇ ਦੋ ਡੰਡੀਆਂ ਨੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਔਦ ਕਹਿੰਦੇ ਆ ਉਮਰ ਨੂੰ, ਅਵਧੀ ਨੂੰ। ਕਹਿੰਦੇ ਦਿਨ ਅਤੇ ਰਾਤ, ਰਹਿਣਾ, ਰਹਿਣ ਕਹਿੰਦੇ ਰਾਤ ਨੂੰ। ਦਿਨ ਕਰਕੇ, ਰਾਤ ਕਰਕੇ ਉਮਰ ਘਟਦੀ ਜਾਂਦੀ ਹੈ। ਜੋ ਜੋ ਵੰਝੈ ਡੀਹੜਾ, ਸੋ ਉਮਰ ਹੱਥ ਪਵਨ। ਬਾਬਾ ਫਰੀਦ ਜੀ ਕਹਿੰਦੇ ਜਿਹੜਾ ਦਿਨ ਲੰਘ ਗਿਆ ਸਮਝੋ ਉਮਰ ਨੂੰ ਹੱਥ ਪੈਂਦੇ ਜਾਂਦੇ। ਜਿਵੇਂ ਇੱਕ ਥਾਨ ਹੋਵੇ ਨਾ ਕੱਪੜੇ ਦਾ, ਅਤੇ ਕੋਈ ਬੰਦਾ ਲੈ ਕੇ ਗਜ ਉਹਨੂੰ ਮਿਣੀ ਜਾਏ, ਮਿਣੀ ਜਾਏ, ਮਿਣੀ ਜਾਏ। ਜਿਹੜਾ ਗਜ ਮਿਣਤਾ ਘਟ ਗਿਆ, ਅਗਲੇ ਨੂੰ ਹੱਥ ਪੈ ਗਿਆ, ਪਿਛਲਾ ਘਟ ਗਿਆ। ਇੱਦਾਂ ਹੀ ਜਿਹੜੀ ਰਾਤ ਅਤੇ ਦਿਨ ਸਾਡਾ ਆਪਣਾ ਲੰਘ ਗਿਆ, ਰਾਤ ਤੁਸੀਂ ਬਿਤਾ ਲਈ, ਇਹ ਲੰਘ ਗਈ ਬਸ। ਇੰਨੀ ਕੁ ਗੱਲ ਦੀ ਸਮਝ ਆਉਣੀ ਬਾਕੀ ਹੈ। ਜਿਹੜਾ ਦਿਨ ਲੰਘ ਗਿਆ, ਖਾ ਕੇ ਲੰਘਾ ਲਿਆ, ਸੌਂ ਕੇ ਲੰਘਾ ਲਿਆ, ਨਿੰਦਿਆ 'ਚ ਲੰਘਾ ਲਿਆ, ਪਰਉਪਕਾਰ 'ਚ ਲੰਘਾ ਲਿਆ, ਕਿਸੇ ਦਾ ਭਲਾ ਕਰਨ 'ਚ ਲੰਘਾ ਲਿਆ, ਬਾਣੀ ਪੜ੍ਹ ਕੇ ਲੰਘਾ ਦਿੱਤਾ, ਉਹ ਵੀ ਲੰਘ ਗਿਆ। ਛਾਪ ਛੱਡ ਗਿਆ ਆਪਣੀ, ਮਨ 'ਤੇ ਵੀ ਛੱਡ ਗਿਆ, ਸੰਸਕਾਰ ਦੇ ਰੂਪ ਦੇ ਵਿੱਚ, ਯਾਦ 'ਚ ਵੀ ਬਣ ਗਿਆ, ਔਰ ਤੇਰੇ ਖਾਤੇ 'ਚ ਵੀ ਪੈ ਗਿਆ ਕਿਵੇਂ ਇਹਨੇ ਲੰਘਾਇਆ। ਪਰ ਇੱਕ ਗੱਲ ਯਾਦ ਜ਼ਰੂਰ ਰੱਖ ਲਈ ਵੀ ਘਟ ਰਹੀ ਆ ਰੋਜ਼ ਰੋਜ਼, ਹਰ ਰੋਜ਼ ਘਟਦੀ ਜਾਂਦੀ। ਦਿਨ ਵੀ ਘਟ ਰਿਹਾ, ਰਾਤ ਵੀ ਘਟ ਰਹੀ। ਸਾਡੇ ਖਾਤੇ 'ਚੋਂ ਜਿਵੇਂ ਕਿਸੇ ਬੰਦੇ ਦੇ ਕੋਲ ਸਾਧ ਸੰਗਤ 100 ਰੁਪਈਆ ਹੋਵੇ, 1 ਰੁਪਈਆ ਅੱਜ ਕੱਢ ਲਿਆ, 1 ਰੁਪਈਆ ਕੱਲ੍ਹ ਨੂੰ ਕੱਢ ਲਿਆ, 1 ਰੁਪਈਆ ਪਰਸੋਂ ਨੂੰ ਕੱਢ ਲਿਆ। ਭਾਵੇਂ 100 ਦਿਨ ਲੰਘਣ ਪਰ ਖਤਮ ਹੋ ਜਾਊ, ਇੱਕ ਦਿਨ ਖਤਮ ਹੋ ਜਾਣਾ ਉਹਨੇ। ਉਹ ਬਾਬਾ ਕਬੀਰ ਜੀ ਦੇ ਜੀਵਨ ਦੀ ਬੜੀ ਸੋਹਣੀ ਕਿਸਾਖੀ ਆਉਂਦੀ। ਉਹ ਇੱਕ ਲੰਘੇ ਜਾ ਰਹੇ ਸਨ, ਇੱਕ ਮੁਹੱਲੇ ਵਿੱਚ ਦੀ ਨਿਕਲੇ ਅਤੇ ਲੋਕ ਉੱਥੇ ਕੂਕਾਂ ਮਾਰਨ, ਛਾਲਾਂ ਮਾਰਨ ਪੁੱਠੀਆਂ, ਅਤੇ ਢੋਲ ਵੱਜ ਰਹੇ, ਨਫੀਰੀਆਂ ਵੱਜ ਰਹੀਆਂ, ਅਤੇ ਖਾਣੇ ਪੀਣੇ ਆ ਬੜੀ ਕਹਿ ਲਓ ਕਿ ਚੱਲੀ ਪਾਰਟੀ। ਬਾਬਾ ਕਬੀਰ ਜੀ ਕਹਿੰਦੇ ਤੁਹਾਨੂੰ ਕੀ ਹੋ ਗਿਆ, ਕੀ ਕਰੀ ਜਾਂਦੇ ਤੁਸੀਂ, ਆਹ ਕੀ ਕੰਮ ਨਵਾਂ ਹੀ ਸ਼ੁਰੂ ਕਰਤਾ। ਕਬੀਰ ਜੀ ਨੂੰ ਕਹਿੰਦੇ ਕਬੀਰ ਜੀ ਤੁਹਾਨੂੰ ਨਹੀਂ ਪਤਾ ਇੱਥੇ ਅੱਜ ਫੰਕਸ਼ਨ ਹੈ ਬੜਾ ਵਧੀਆ। ਕਾਹਦਾ ਜੀ? ਫੰਕਸ਼ਨ, ਉਹ ਬੱਚੇ ਦੀ ਜਨਮ ਦਿਨ ਹੈ, ਪਾਰਟੀ ਆ। ਉਹ ਦੇਖੋ ਉਹਦੀ ਮਾਂ ਨੂੰ, ਦਾਦੀ ਨੂੰ ਤਾਂ ਪੁੱਛੋ ਜਾ ਕੇ। ਪੁੱਛਿਆ
ਮਾਈ ਕਾਹਦਾ ਫੰਕਸ਼ਨ? ਉਹ ਮੇਰਾ ਬੇਟਾ, ਮੇਰਾ ਪੁੱਤ ਵੱਡਾ ਹੋ ਗਿਆ। ਅੱਛਾ, ਅੱਜ ਮੇਰਾ ਪੁੱਤ 25 ਦਾ ਹੋ ਗਿਆ, 25 ਸਾਲ ਦਾ ਵੱਡਾ ਹੋ ਗਿਆ। ਮੈਂ ਖੁਸ਼ ਬੜੀ ਹਾਂ, ਇੰਨਾ ਚਾਅ ਚੜ੍ਹਿਆ ਮੇਰੇ ਪੁੱਤ ਦੇ ਵੱਡੇ ਹੋਣ ਦਾ। ਮੈਂ ਸਾਰੇ ਮੁਹੱਲੇ ਨੂੰ ਬੁਲਾ ਕੇ ਉਹਨਾਂ ਨੂੰ ਲੰਗਰ ਪਾਣੀ ਪ੍ਰਸ਼ਾਦਾ ਛਕਾਇਆ। ਕਬੀਰ ਜੀ ਹੱਸ ਪਏ। ਮਾਹੀ ਕਹਿੰਦੀ ਕਬੀਰ ਹੱਸਣ ਵਾਲੀ ਕਿਹੜੀ ਗੱਲ? ਕਬੀਰ ਕਹਿੰਦਾ ਮਾਈ ਮੈਂ ਮਨੁੱਖੀ ਸੁਭਾਅ ਅਤੇ ਮਨੁੱਖ ਦੀ ਬੇਸਮਝੀ 'ਤੇ ਹੱਸਦਾ, ਤੇਰੇ ਇਕੱਲੇ 'ਤੇ ਨਹੀਂ ਹੱਸਦਾ। ਕਹਿੰਦੀ ਇਹੋ ਜਿਹੀ ਕਿਹੜੀ ਮੈਂ ਗੱਲ ਅਨੋਖੀ ਕਰਤੀ ਦੁਨੀਆ ਨਾਲੋਂ? ਕਬੀਰ ਜੀ ਕਹਿੰਦੇ ਮਾਈ ਸਮਝ ਭਾਵੇਂ ਨਾ ਸਮਝ, ਦੱਸ ਮੈਂ ਤੈਨੂੰ ਦੇਣਾ, ਅੱਗੇ ਤੇਰੀ ਮਰਜ਼ੀ। ਕਹਿੰਦੀ ਦੱਸ। ਕਹਿੰਦਾ ਮਾਈ ਤੇਰੀ ਸਮਝ 'ਚ ਇੰਨਾ ਕੁ ਫਰਕ ਪੈ ਗਿਆ, ਤੇਰੀ ਕੀ ਸਬਦੀ 'ਚ, ਕਿ ਤੂੰ ਕਹਿੰਦੀ ਆ ਮੁੰਡਾ ਵੱਡਾ ਹੋ ਗਿਆ, ਜੇ ਮੇਰੇ ਹਿਸਾਬ ਨਾਲ ਦੇਖੇ ਤੇ ਘਟ ਗਿਆ, ਛੋਟਾ ਹੋ ਗਿਆ। ਕਹਿੰਦੀ ਛੋਟਾ ਕਿਵੇਂ? ਉਹਨਾਂ ਸਿੱਧੀ ਉਦਾਹਰਨ ਦਿੱਤੀ। ਕਹਿੰਦੇ ਫਰਜ਼ ਕਰੋ ਕਿਸੇ ਬੰਦੇ ਦੇ ਕੋਲ 50 ਰੁਪਈਏ ਹੋਣ ਅਤੇ 25 ਵਰਤ ਜੇ, ਅਤੇ ਮੁੜ ਕੇ ਨੱਚਦਾ ਫਿਰੇ ਲੈ ਵੀ ਵੱਧ ਗਏ ਪੈਸੇ, ਵੱਧ ਗਏ ਕਿ ਘਟ ਗਏ? ਕਹਿੰਦੀ ਉਹ ਤਾਂ ਘਟ ਗਏ ਬਸ। ਕਬੀਰ ਜੀ ਕਹਿੰਦੇ ਸਿੱਧੀ ਗੱਲ ਹੈ, ਜਿੰਨੀ ਉਮਰ ਤੂੰ ਲੈ ਕੇ, ਮੈਂ ਜਾਂ ਤੂੰ ਕੋਈ ਵੀ ਲੈ ਕੇ ਆਇਆ, 50 ਲੈ ਕੇ ਆਇਆ, ਜਿੱਦਣ 25 ਦਾ ਹੋ ਗਿਆ ਤੇ 25 ਘਟ ਗਏ। 50 ਰੁਪਈਆਂ ਦਾ ਤਾਂ ਪਤਾ ਵੀ ਹੁੰਦਾ ਵੀ 50 ਨੇ ਪੂਰੇ, ਹਜੇ 25 ਬਾਕੀ ਪਏ ਆ। ਆਹ ਤਾਂ ਗੁਪਤ ਪਿਆ, ਲਪੇਟਿਆ ਪਿਆ, ਭਵਿੱਖ ਦਾ ਕੀ ਪਤਾ? ਮਤ ਕੇ ਜਾਪੈ ਸਾਹੁ ਆਵੈ ਕੇ ਨਾ ਆਵੈ। ਕੀ ਪਤਾ ਹੈ? ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਕੀ ਪਤਾ ਅੱਜ ਦਾ ਦਿਨ ਦੇਖਿਆ, ਕੱਲ੍ਹ ਨੂੰ ਦੇਖੀਏ ਕਿ ਨਾ ਦੇਖੀਏ, ਅਗਲਾ ਸਾਹ ਆਇਆ ਕਿ ਨਾ। ਪੂਰੀ ਦੁਨੀਆ ਦੇ ਵਿੱਚ ਰੋਜ਼ ਕਿਸਮਤ ਵਾਲਿਆਂ ਆਪਾਂ ਜਿਹੜੇ ਜਾਗ ਗਏ। ਪੂਰੀ ਦੁਨੀਆ ਦਾ ਅਗਰ ਅੰਕੜਾ ਕੱਢ ਲਿਆ ਜਾਏ ਤਾਂ ਦੁਨੀਆ 'ਚ ਰੋਜ਼ ਕੋਈ 1.5-2 ਲੱਖ ਬੰਦਾ ਹੈ ਜਿਹੜਾ ਰਾਤ ਨੂੰ ਸੌਂਦਾ ਜ਼ਰੂਰ ਆ, ਅਗਲੀ ਸਵੇਰ ਨਹੀਂ ਦੇਖਦਾ। ਸੌਂ ਜਾਂਦੇ ਆ, ਉੱਠਦੇ ਨਹੀਂ। ਘਰੋਂ ਆਏ ਹੈ, ਵਾਪਸ ਨਹੀਂ ਗਏ। ਇੱਕ ਦਿਨ ਸਾਡਾ ਵੀ ਉਹਨਾਂ 'ਚ ਆਉਣਾ, ਇੱਕ ਦਿਨ ਸਾਡੇ ਨਾਲ ਵੀ ਉਹੀ ਹੋਣਾ। ਕਹੇ ਕਬੀਰ ਸੁਣੋ ਮਨ ਮੇਰੇ, ਇਹੀ ਹਵਾਲ ਹੋਏਂਗੇ ਤੇਰੇ, ਜਾਵਾਂਗੇ ਕਿਤੇ ਮੁੜ ਕੇ ਆਉਣਾ ਨਹੀਂ, ਯਾਤਰਾ ਸ਼ੁਰੂ ਹੋ ਜਾਣੀ। ਇਸ ਕਰਕੇ ਮਹਾਰਾਜ ਸਮਝਾ ਰਹੇ ਔਧ ਕਟੈ ਦਿਨ ਸਰੈਣਾ ਰੇ ਮਨ। ਰੇ ਮਨ ਗੁਰ ਮਿਲ ਕਾਜ ਸਵਾਰਿਓ, ਮੇਰੇ ਮਨਾ ਗੁਰੂ ਵਾਲਾ ਬਣ ਜਾ। ਆਪਣੀ ਜ਼ਿੰਦਗੀ ਦਾ ਕਾਰਜ ਹੈ ਜਿਹੜਾ ਉਹਨੂੰ ਸਵਾਰ ਲੈ, ਸਿੱਧਾ ਕਰ ਲੈ। ਹਜੇ ਕੰਮ ਕਾਫੀ ਪਿਆ ਅਤੇ ਤੈਂ ਹਜੇ ਇੱਕ ਪੂਣੀ ਵੀ ਨਹੀਂ ਕੱਤੀ ਅਤੇ ਟਾਈਮ ਲੰਘ ਗਿਆ ਪੂਰਾ, ਸ਼ੁਰੂ ਵੀ ਨਹੀਂ ਹੋਇਆ ਕੰਮ। ਇਸ ਲਈ ਸਵਾਰ ਲੈ, ਰਹਾਓ ਵਿਸ਼ਰਾਮ ਦੇ ਕੇ ਸਮਝਾਉਂਦੇ। ਇਹੋ ਸੰਸਾਰ ਵਿਕਾਰ ਸੰਸੇ ਮਹਿ। ਇਹ ਸੰਸਾਰ ਵਿਕਾਰਾਂ ਦਾ ਅਤੇ ਸੰਸਿਆਂ ਦਾ, ਭਰਮਾਂ ਦਾ ਭਰਿਆ ਪਿਆ। ਇਹਦੇ ਵਿੱਚ ਵਿਕਾਰ ਬਹੁਤ ਨੇ। ਇੱਕ ਤਰ੍ਹਾਂ ਦਾ ਸਮੁੰਦਰ ਹੈ। ਤਰਿਓ ਬ੍ਰਹਮ ਗਿਆਨੀ, ਸੰਸੇ ਡਰ ਝੋਰਾ ਚਿੰਤਾਵਾਂ ਪਰੇਸ਼ਾਨੀਆਂ ਨਿੱਤ ਦੀਆਂ ਨੇ, ਕਿਤੇ ਮੁੱਕਦੀਆਂ, ਵਿਕਾਰ ਕਿਤੇ ਖਤਮ ਹੁੰਦੇ। ਬੁੱਢਾ ਵੀ ਹੋ ਜਾਂਦਾ, ਵਿਕਾਰ ਨਹੀਂ ਮਰਦੇ। ਮਹਾਰਾਜ ਕਹਿੰਦੇ ਇਹਦੇ 'ਚੋਂ ਛੁਟਕਾਰਾ ਤੇ ਤਰਿਓ ਬ੍ਰਹਮ ਗਿਆਨੀ। ਇਹਦੇ 'ਚ ਤੇ ਭਾਈ ਬ੍ਰਹਮ ਗਿਆਨੀ ਗੁਰੂ ਕਾ ਪਿਆਰਾ, ਜਿਹਨੇ ਬ੍ਰਹਮ ਦਾ ਗਿਆਨ ਹਾਸਲ ਕਰ ਲਿਆ ਉਹੀ ਤਰ ਸਕਦਾ ਹੈ। ਹਰ ਇੱਕ ਇਨਸਾਨ ਜਿਹੜਾ ਵੀ ਤਰਨਾ ਚਾਹੁੰਦਾ ਉਹਨੂੰ ਬ੍ਰਹਮ ਗਿਆਨੀ ਬਣੇ ਬਿਨਾਂ ਗੱਲ ਨਹੀਂ ਬਣਨੀ, ਛੁਟਕਾਰਾ ਹੈ ਨਹੀਂ, ਹੋਣਾ ਹੀ ਪਏਗਾ। ਉਹੀ ਤਰਦਾ ਹੈ। ਜਿਸੈ ਜਗਾਏ ਪੀਆਵੈ ਇਹੋ ਰਸ। ਜਿਹਨੂੰ ਜਗਾ ਦੇਵੇ। ਅਤੇ ਅੱਜ ਜਿਵੇਂ ਅਸੀਂ ਸੁੱਤੀ ਹੋਈ ਨੀਂਦ ਦੇ ਵਿੱਚ ਜਦੋਂ ਸੁੱਤੇ ਹੁੰਦੇ ਨਾ, ਅਤੇ ਮਾਂ ਬਾਪੂ ਕੋਈ ਮਿੱਤਰ ਪਿਆਰਾ ਬਾਂਹ ਫੜ ਕੇ ਉਠਾਉਂਦਾ, ਉੱਠ ਜਾਗ ਖਰਾੜੇ ਮਾਰ ਨਹੀਂ, ਉੱਠ ਜਾ ਖਰਾੜੇ ਕਿਉਂ ਮਾਰਦਾ, ਜਾਗਦੇ ਆ ਨਾ। ਇੱਦਾਂ ਹੀ ਇੱਕ ਗਾਫਲਤਾ ਅਗਿਆਨਤਾ ਦੀ ਨੀਂਦੇ ਸੁੱਤੇ ਪਏ ਹਾਂ, ਗੁਰੂ ਤੋਂ ਬੇਮੁਖ ਹੋਏ ਸੁੱਤੇ ਪਏ ਹਾਂ। ਜਿਹਨੂੰ ਜਗਾ ਕੇ ਨਾਮ ਰਸ ਪਿਆ ਦੇਵੇ, ਕਹੇ ਵੀ ਫੜ ਮਾਲਾ ਗੁਰਮੰਤਰ ਦਾ ਜਾਪ ਕਰ, ਇਹ ਰਸ ਹੈ, ਪੀ। ਅਕੱਥ ਕਥਾ ਤਿੰਨ ਜਾਨੀ। ਇਹ ਅਕੱਥ ਖੇਡ ਹੈ, ਕਥਾ ਤੋਂ ਕਹਿਣ ਤੋਂ ਪਰੇ ਦੀ ਗੱਲ ਹੈ ਜਿਹੜੀ ਉਦੋਂ ਬਾਅਦ ਜੀਵਨ ਸ਼ੁਰੂ ਹੋਣਾ ਹੈ। ਉਹ ਕਿਹਾ ਨਹੀਂ ਜਾਣਾ ਕਿਸੇ ਨੂੰ, ਸਮਝ ਨਹੀਂ ਪੈਣਾ, ਅਨੁਭਵ ਆ ਉਹ। ਬਸ ਜਦੋਂ ਤੂੰ ਉਸ ਰਾਹ 'ਚ ਜਾਏਗਾ ਤੈਨੂੰ ਫਿਰ ਪਤਾ ਲੱਗੇਗਾ।
ਇਹ ਤੇ ਉਹੀ ਜਾਣੇਗਾ ਜਿਹੜਾ ਉਸ ਮਾਰਗ ਤੇ ਚੱਲਦਾ ਹੈ। ਜਾ ਕਉ ਆਏ ਸੋਈ ਬਿਹਜ ਹੋ, ਜਿਸ ਚੀਜ਼ ਲਈ ਆਏ ਹੋ ਭਾਈ, ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੋ ਫਕੜੇ, ਸਭ ਮੁਕਦੀ ਚੱਲੀ ਰਹਿਣ। ਉਹ ਚੀਜ਼ ਨੂੰ ਬਿਹਾਜੋ, ਉਹਨੂੰ ਖਰੀਦੋ, ਖਰੀਦਦੇ ਕਿਉਂ ਨਹੀਂ, ਉਹਨੂੰ ਖੱਟੋ, ਇਕੱਠੀ ਕਰੋ। ਹਰ ਗੁਰ ਤੇ ਮਨੈ ਬਸੇਰਾ, ਉਹ ਕੀ ਹੈ? ਹਰੀ ਦਾ ਨਾਮ, ਵਾਹਿਗੁਰੂ ਦਾ। ਉਹ ਮਿਲੂਗਾ ਕਿੱਥੋਂ? ਨਾਲੇ ਵੀ ਦੱਸਤਾ, ਟਿਕਾਣਾ ਵੀ ਦੱਸਤਾ, ਵੀ ਕਿਤੇ ਭੁੱਲੇ ਭਟਕੇ ਨਾ ਫਿਰਿਓ। ਗੁਰ ਤੇ ਮਨੈ ਵਸੇਰਾ, ਗੁਰੂ ਵਾਲੇ ਬਣ ਜਾਓ। ਗੁਰੂ ਤੁਹਾਨੂੰ ਹਰੀ ਨਾਮ ਨਾਲ ਜੋੜੇਗਾ ਅਤੇ ਹਰੀ ਪਰਮਾਤਮਾ ਦਾ ਨਾਮ ਗੁਰੂ ਦੀ ਕਿਰਪਾ ਨਾਲ ਮਨ 'ਚ ਵਸੇਗਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਜਦੋਂ ਆਪਣੇ ਨਿੱਜੀ ਘਰ, ਜਦੋਂ ਆਪਣਾ ਆਤਮਾ ਚੌਥਾ ਪਦ ਹੈ ਜਿਹੜਾ ਅੰਤःਕਰਨ ਇਤਿਆਦਿਕ ਤੋਂ ਅੱਗੇ ਲੰਘ ਕੇ ਜਿਹੜੀਆਂ ਤਿੰਨ ਅਵਸਥਾ ਨੇ, ਜਾਗਰਤ ਸੁਪਨ ਸੁਖੋਪਤ ਤੋਂ ਪਾਰ, ਤਿੰਨ ਸਰੀਰ, ਆ ਜਿਹੜਾ ਬਾਹਰਲਾ ਹੈ ਸਥੂਲ, ਅੰਦਰਲਾ ਹੈ ਸੂਖਸ਼ਮ, ਇੱਕ ਵਿਦਿਆ ਦਾ ਜਿਹਨੂੰ ਕਾਰਨ ਕਹਿੰਦੇ, ਉਹਨਾਂ ਤੋਂ ਪਾਰ, ਯੋਗੀਆਂ ਦੇ ਅਨੁਸਾਰ ਪੰਜ ਸਰੀਰਾਂ ਤੋਂ ਪਾਰ, ਅੰਨਮੈ, ਪ੍ਰਾਣਮੈ, ਮਨੋਮੈ, ਵਿਗਿਆਨਮੈ, ਆਨੰਦਮੈ ਤੋਂ ਪਾਰ ਜਿਹੜੀ ਆਤਮਾ ਹੈ, ਉਹ ਤੇਰਾ ਨਿੱਜ ਘਰ ਮਹਿਲ ਹੈ। ਕਹਿੰਦੇ ਉਹਦੇ 'ਚ ਪਾਵੋ ਸੁਖ ਸਹਿਜੇ, ਉਹਦੇ 'ਚ ਗਿਆਨ ਦੇ ਸਹਿਤ ਸੁਖ ਪ੍ਰਾਪਤ ਹੋਏਗਾ। ਜਦੋਂ ਹੋ ਗਿਆ ਬਹੁਰ ਨਾ ਹੋਏਗੋ ਫੇਰਾ, ਕਹਿੰਦੇ ਮੁੜ ਕੇ ਫਿਰ ਫੇਰਾ ਨਹੀਂ ਹੋਏਗਾ, ਜਨਮ ਮਰਨ 'ਚ ਨਹੀਂ ਪਏਗਾ 84 ਦੇ ਚੱਕਰ 'ਚ। ਇਸ ਕਰਕੇ ਅਰਦਾਸ ਕਰਿਆ ਕਰੋ ਗੁਰੂ ਅੱਗੇ, ਪ੍ਰਮਾਤਮਾ ਅੱਗੇ, ਅੰਤਰ ਜਾਮੀ ਪੁਰਖ ਵਿਧਾਤੇ, ਹੈ ਅੰਦਰ ਦੀਆਂ ਜਾਣਨ ਵਾਲੇ, ਹੈ ਪੁਰਖ ਪੂਨਾਮੇ ਨਰਕ ਤੋਂ ਰੱਖਿਆ ਕਰਨ ਵਾਲੇ, ਹੈ ਵਿਆਪਕ ਵਿਧਾਤੇ, ਵਿਧੀ ਅਨੁਸਾਰ ਲੇਖ ਲਿਖਣ ਵਾਲੇ, ਸ਼ਰਧਾ ਮਨ ਕੀ ਪੂਰੇ, ਜੇ ਮੇਰੇ ਮਨ ਦੀ ਸ਼ਰਧਾ ਪੂਰੀ ਕਰੇ, ਜੇ ਮੇਰੀ ਇੱਛਾ, ਸ਼ਰਧਾ ਦੇ ਕਈ ਅਰਥ ਹੈ ਮਹਾਨ ਕੋਸ਼ 'ਚ, ਇੱਕ ਅਰਥ ਕਿਸੇ ਮੰਗ ਦਾ ਵੀ ਹੈ। ਜੇ ਮੇਰੀ ਮੰਗ, ਮੇਰੀ ਲੋੜ, ਮੇਰੀ ਸ਼ਰਧਾ ਅਨੁਸਾਰ ਤੂੰ ਪੂਰੀ ਕਰੇ ਤਾਂ ਫਿਰ ਨਾਨਕ ਦਾਸ ਇਹ ਹੈ ਸੁਖ ਮੰਗੈ। ਹੇ ਮੇਰੇ ਮਾਲਕ, ਮੈਂ ਤੇਰਾ ਦਾਸ ਹਾਂ, ਮੈਂ ਇਹ ਸੁਖ ਮੰਗਦਾ, ਮੋਕੋ ਕਰ ਸੰਤਨ ਕੀ ਧੂਰੇ, ਮੈਨੂੰ ਸੰਤਾਂ ਦੀ, ਤੇਰੇ ਸਾਧੂਆਂ ਦੀ, ਤੇਰੇ ਨਾਮ ਜਪਣ ਵਾਲਿਆਂ ਦੀ ਧੂੜੀ ਬਣਾ ਦੇ, ਉਹਨਾਂ ਦੀ ਸੰਗਤ ਮੈਨੂੰ ਬਖਸ਼ ਦੇ, ਤਾਂ ਕਿ ਉਹਨਾਂ ਦੀ ਸੰਗਤ ਦੇ ਨਾਲ, ਸੰਤ ਟਹਿਲ ਕੀ ਵੇਲਾ ਦੇ ਨਾਲ ਮੈਂ ਨਾਮ ਜਪ ਕੇ ਗੁਰੂ ਵਾਲਾ ਬਣ ਕੇ ਆਪਣੇ ਲੋਕ ਸੁਖੀਏ, ਪਰਲੋਕ ਸੁਹੇਲੇ ਕਰ ਲਵਾਂ। ਇਉਂ ਕਹਿੰਦੇ ਬੇਨਤੀ ਕਰੋ, ਇਉਂ ਗੁਰੂ ਬਖਸ਼ਿਸ਼ ਕਰਦਾ ਹੈ। ਇਹ ਗੁਰੂ ਸਾਹਿਬ ਨੇ ਇੱਥੇ ਬਖਸ਼ਿਸ਼ ਕੀਤੀ, ਇੱਥੇ ਹੀ ਸੋਹਿਲਾ ਨਾਮ ਦੀ ਬਾਣੀ ਦੀ ਸੰਪੂਰਨਤਾ ਹੋਈ ਹੈ। 5 ਸ਼ਬਦ ਸੋਹਿਲੇ ਦੇ ਸੰਪੂਰਨ। ਕੱਲ੍ਹ ਨੂੰ ਸ਼੍ਰੀ ਰਾਗ ਆਰੰਭ ਹੋ ਜਾਏਗਾ, ਮੋਤੀ ਤਾਂ ਮੰਦਰ ਉਸਰੈ। ਆਪਾਂ ਫਿਰ ਅੱਗੇ ਵਿਚਾਰਾਂ ਸਰਵਣ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਆਖਰੀ ਪੰਕਤੀਆਂ ਪੜ੍ਹੀਏ। ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ